कहण न जाई। सो कहो टल गुर सेविया, अहनिस सहज सुपाए। दर्शन परसे गुरु कै, जन्म मरण दुख जाए। होवै शिव तुख संबंधी, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। जिस पास बैठिया सोही है, सबना दा वेसा। वाहिगुरु जी पैरों महला पंजवा। साच पदार्थ गुरमुख लहो, प्रभ का भाना सत कर सहो। साच पदार्थ गुरमुख लहो, प्रभ का भाना सत कर सहो। जीवत 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 रहो, राम रसायन नित उठ पीवो। हर 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 रसना कहो रहाओ। कल युग में है एक नाम उधार, नानक बोले ब्रह्म विचार। कल युग में एक नाम उदार, नानक बोले ब्रह्म विचार। वाहिगुरु जी का खालसा, वाहिगुरु जी की फतेह। गरीबनवाज सतगुरु चवर छत्र तखत दे मालिक, जुगो जुग अटल, जहरा जहूर अते हाजरा हजूर। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਨ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਵਡਭਾਗੀ ਗੁਰਮੁਖ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਅਮੋਲ ਬਚਨ ਭੈਰੋਂ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਪਰਮਾਤਮਾ ਨੇ ਸਾਨੂੰ ਇੱਕ ਮਹਾਨ ਦੁਰਲਭ ਜ਼ਿੰਦਗੀ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਿਹਾ ਹੈ, ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਜੋ ਬਨ ਫਲ ਪਾਕੇ ਭੋਏ ਗਿਰਹਿ ਬੌਰ ਨਾ ਲਾਗੈ ਡਾਰ। ਮਨੁੱਖ ਜ਼ਿੰਦਗੀ ਦੁਰਲਭ ਹੈ ਜੋ ਵਾਰ-ਵਾਰ ਨਹੀਂ ਮਿਲਦੀ। ਜਿਵੇਂ ਦਰਖਤ ਨੂੰ ਫਲ ਲੱਗ ਜੇ ਜੰਗਲ ਵਿੱਚ, ਉਹਦਾ ਕੋਈ ਰਸ ਨਹੀਂ ਮਾਣਦਾ, ਉਹ ਪੱਕਦਾ ਧਰਤੀ ਤੇ ਡਿੱਗ ਜਾਂਦਾ, ਕਿਸੇ ਅਰਥ ਨਹੀਂ ਆਉਂਦਾ। ਵਾਹਿਗੁਰੂ ਜੀ ਨੇ ਇਹ ਜੋ ਸਾਨੂੰ ਮਨੁੱਖਾ ਜੀਵਨ ਦਾ ਸਮਾਂ ਦਿੱਤਾ, ਇਹਦਾ ਇੱਕ ਮਕਸਦ ਹੈ, ਇੱਕ ਮਨੋਰਥ ਹੈ। ਜ਼ਿੰਦਗੀ ਅਸੀਂ ਉਸ ਸਮੇਂ ਨੂੰ ਗਿਣਨੇ ਹਾਂ, ਜਨਮ ਤੋਂ ਲੈ ਕੇ ਮੌਤ ਵਿਚਲਾ ਜਿਹੜਾ ਸਮਾਂ, ਉਸ ਨੂੰ ਆਪਾਂ ਜ਼ਿੰਦਗੀ ਗਿਣਦੇ ਹਾਂ। ਇਹ ਸੰਸਾਰਕ ਜੀਵਨ ਜਿਉਂਦੇ ਰਹਿਣ ਦੇ ਲਈ ਵੀ ਸਾਨੂੰ ਭੋਜਨ ਦੀ ਲੋੜ ਹੈ, ਖੁਰਾਕ ਦੀ ਲੋੜ ਹੈ। ਤੰਦਰੁਸਤ ਰੱਖਣ ਦੇ ਲਈ ਅਸੀਂ ਕਈ ਤਰ੍ਹਾਂ ਦੀਆਂ ਹੋਰ ਗਜ਼ਾਵਾਂ ਵਰਤਦੇ ਕਿ ਸਰੀਰ ਤੰਦਰੁਸਤ ਰਹੇ। ਔਰ
ਜੋਗੀ ਲੋਕ ਕਈ ਰਸਾਇਣਾਂ ਵਰਤਦੇ ਨੇ। ਆਪਾਂ ਦੇਖਦੇ ਹਾਂ ਵੈਦਾਂ ਦੇ ਇਤਿਹਾਸ ਵਿੱਚ ਕਈ ਤਰ੍ਹਾਂ ਦੀਆਂ ਰਸਾਇਣਾਂ ਨੇ ਜਿਹੜੇ ਲੋਕ ਖਾਂਦੇ ਨੇ ਮਾਰ ਕੇ, ਤਾਂ ਕਿ ਸਰੀਰਕ ਤੌਰ 'ਤੇ ਉਹ ਲੰਮਾ ਚਿਰ ਜਿਉ ਸਕਣ ਜਾਂ ਉਹਨਾਂ ਦੀ ਵਧੀਆ ਤੰਦਰੁਸਤ ਜ਼ਿੰਦਗੀ ਹੋ ਸਕੇ। ਇਹ ਮਨੁੱਖ ਦਾ ਹੱਕ ਹੈ। ਪਰ ਜ਼ਿੰਦਗੀ ਦਾ ਮਕਸਦ ਕੀ ਹੈ, ਜੀਵਨ ਕੀ ਹੈ? ਜੇ ਤੇ ਐਵੇਂ ਜੀਵੇ ਹੈ ਤਾਂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਇਸ ਜੀਵਨ ਦੇ ਪ੍ਰਥਾਏ ਬਹੁਤ ਗੱਲਾਂ ਕਹੀਆਂ। ਕਹਿਣ ਲੱਗੇ 100 ਉਲਾਮੇ ਦਿਨੇ ਕੀ ਰਾਤੀ ਮਿਲਨ ਸਹੰਸ, ਸਿਵਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਠ। ਜੇ ਮਨੁੱਖ ਨੇ ਕੇਵਲ ਸਰੀਰਕ ਸੰਸਾਰਕ ਤੌਰ 'ਤੇ ਖਾ ਪੀ ਕੇ ਜ਼ਿੰਦਗੀ ਵਧਾ ਲਈ, ਪੇਟ ਹੀ ਵਧਾ ਲਿਆ। ਸਤਿਗੁਰੂ ਜੀ ਕਹਿੰਦੇ ਦਿਨੇ ਵੀ ਇਹੋ ਜਿਹੇ ਕੰਮ ਕਰਦਾ ਕਿ ਕਈ ਉਹਨੂੰ ਉਲਾਮੇ ਮਿਲਦੇ ਨੇ, ਰਾਤ ਨੂੰ ਇਹੋ ਜਿਹੇ ਔਗਣ ਕਰਦਾ ਕਿ ਉਹਨੂੰ ਕਈ ਉਲਾਮੇ ਸਹਿਣੇ ਪੈਂਦੇ ਨੇ। ਮਨੁੱਖ ਦੀ ਦਾ ਜ਼ਿੰਦਗੀ ਦਾ ਮਕਸਦ ਸੀ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨਾ। ਲੇਕਿਨ ਜਿਵੇਂ ਕੋਈ ਹੰਸ ਜਿਹੜਾ ਹੈ ਨਾ, ਉਹ ਮੋਤੀਆਂ ਨੂੰ ਛੱਡ ਕੇ ਤੇ ਐਵੇਂ ਕਰੰਗ ਦੇ ਵਿੱਚ ਚੁੰਝ ਮਾਰੀ ਜਾਏ, ਮਨੁੱਖ ਦੀ ਹਾਲਤ ਵੀ ਇਹੀ ਹੈ। ਮਨੁੱਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ ਮਾਰਗ ਛੱਡ ਕੇ ਤੇ ਕੇਵਲ ਦੁਨਿਆਵੀ ਪਦਾਰਥਾਂ ਵਿਕਾਰਾਂ ਰਾਹੀਂ ਸੋਚਦਾ ਮੈਨੂੰ ਸੁੱਖ ਮਿਲ ਜਾਏਗਾ, ਤੇ ਇਹ ਜ਼ਿੰਦਗੀ ਐਵੇਂ ਜਿਵੇਂ ਕਾਂ ਕਰੰਗ ਦੇ ਵਿੱਚ ਚੁੰਝ ਮਾਰਦਾ। ਰੱਬ ਨੇ ਬਣਾਇਆ ਹੰਸ ਹੈ ਸਾਨੂੰ, ਪਰ ਸਾਡੇ ਅੰਦਰ ਇੱਕ ਕਾਂ ਬਣ ਗਿਆ। ਉਹ ਕਾਂ ਜਿਹੜਾ ਹੈ ਨਾ, ਉਹ ਕੇਵਲ ਗੰਦਗੀ ਵੱਲ ਜਾਂਦਾ ਹੈ। ਕਾਂ ਜਿਹੜਾ ਕੇਵਲ ਕਰੰਗ ਦੇ ਵਿੱਚ ਚੁੰਝਾਂ ਹੀ ਮਾਰਦਾ ਹੈ। ਗੁਰਬਾਣੀ 'ਚ ਕਾਂ ਦਾ ਜ਼ਿਕਰ ਵਾਰ-ਵਾਰ ਆਇਆ, ਬਗਲੇ ਦਾ ਜ਼ਿਕਰ, ਹੰਸ ਦਾ ਜ਼ਿਕਰ ਆਇਆ। ਸਾਡੇ ਅੰਦਰ ਇੱਕ ਕਾਂ ਬਿਰਤੀ ਹੈ ਜਿਹੜੀ ਕੇਵਲ ਵਿਕਾਰਾਂ ਦੇ ਨਾਲ ਚੰਬੜੀ ਰਹਿੰਦੀ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਹੋਰ ਅਜਿਹੀ ਜ਼ਿੰਦਗੀ ਦੇ ਪ੍ਰਥਾਏ ਬੜੇ ਬਚਨਗੇ। ਕਹਿਣਗੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਜ਼ਿੰਦਗੀ ਦੇ ਅੰਦਰ ਮਨੁੱਖ ਨੇ ਖਾਧਾ ਪੀਤਾ ਹੀ ਹੈ, ਸੰਸਾਰਕ ਪਦਾਰਥਾਂ ਨਾਲ ਜੁੜਿਆ, ਪਰ ਉਹਦੇ ਅੰਦਰ ਸਵੈਮਾਨ ਨਹੀਂ ਹੈ, ਆਤਮ ਸਨਮਾਨ ਨਹੀਂ। ਆਤਮ ਸਨਮਾਨ, ਜਿਸ ਮਨੁੱਖ ਦੇ ਅੰਦਰ ਆਤਮ ਸਨਮਾਨ ਹੋਵੇ, ਉਹ ਕਦੀ ਅਜਿਹਾ ਕਰਮ ਕਰਦਾ ਹੀ ਨਹੀਂ ਜਿਹਦੇ ਨਾਲ ਉਹਨੂੰ ਸਿਰ ਝੁਕਾਉਣਾ ਪਏ। ਉਹ ਇਹੋ ਜਿਹਾ ਕੋਈ ਕਰਮ ਨਹੀਂ ਕਰਦਾ ਕਿ ਕਿਸੇ ਦੀ ਉਹਨੂੰ ਗੁਲਾਮੀ ਕਰਨੀ ਪਏ। ਉਹ ਕਿਸੇ ਦੀ ਗੁਲਾਮੀ ਨੂੰ ਪ੍ਰਵਾਨ ਹੀ ਨਹੀਂ ਕਰਦਾ, ਕਿਸੇ ਵੀ ਤਰ੍ਹਾਂ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਦਾ। ਮਨੁੱਖ ਦੇ ਅੰਦਰੋਂ ਧਾਰਮਿਕ ਲੋਕਾਂ ਨੇ ਆਤਮ ਸਨਮਾਨ ਖਤਮ ਕਰ ਦਿੱਤਾ। ਮਨੁੱਖ ਨੂੰ ਤੇ ਲਗਾਤਾਰ ਇੱਕ ਗੱਲ ਕਹੀ ਗਈ, ਤੁਹਾਡੇ ਕਰਮ ਬੜੇ ਮਾੜੇ ਨੇ, ਤੁਸੀਂ ਆਪਣੇ ਕਰਮਾਂ ਦਾ ਦੁੱਖ ਭੋਗਦੇ ਹੋ, ਤੁਸੀਂ ਨਰਕਾਂ ਦੇ ਵਿੱਚ ਜਾਓਗੇ, ਤੁਸੀਂ ਤੇ ਆਉਣ ਜਾਣ ਦੇ ਗੇੜ 'ਚ ਪਏ ਹੋ, ਤੁਸੀਂ ਤੇ 84 ਲੱਖ ਜੂਨਾਂ 'ਚ ਘੁੰਮਦੇ ਫਿਰਦੇ ਆਏ ਹੋ। ਹੈਰਾਨੀ ਦੀ ਗੱਲ ਹੈ, ਗੁਰਬਾਣੀ ਤਾਂ ਕਹਿੰਦੀ ਵਾਹਿਗੁਰੂ ਜੀ ਨੇ ਦੁਰਲੱਭ ਜ਼ਿੰਦਗੀ ਦਿੱਤੀ ਹੈ। ਇਹ ਜ਼ਿੰਦਗੀ ਅਸੀਂ ਕਿਸ ਤਰੀਕੇ ਨਾਲ ਲਈ ਹੈ? ਜ਼ਿੰਦਗੀ ਤੇ ਵਾਹਿਗੁਰੂ ਜੀ ਨੇ ਬਖਸ਼ੀ, ਇਹ ਨਹੀਂ ਕਿ ਇਹਦੋਂ ਪਹਿਲਾਂ ਹੀ ਕਾਂ ਸਾਂ, ਕੁੱਤੇ ਸਾਂ, ਕੀ ਸਾਂ। ਗੁਰਬਾਣੀ ਇਹ ਗੱਲ ਕਹਿੰਦੀ ਵਾਹਿਗੁਰੂ ਜੀ ਨੇ ਤਰੁੱਠ ਕੇ ਜ਼ਿੰਦਗੀ ਦਿੱਤੀ ਹੈ। ਲੇਕਿਨ ਮਨੁੱਖ ਦੇ ਅੰਦਰ ਇੱਕ ਹੀਣ ਭਾਵਨਾ ਭਰ ਦਿੱਤੀ ਗਈ। ਮਨੁੱਖ ਸੋਚਦਾ ਕਿ ਮੈਂ ਮਾੜਾ ਹੀ ਹਾਂ, ਸਹਿ ਜਿਹੜੇ ਵੱਡੀਆਂ ਵੱਡੀਆਂ ਗੱਦੀਆਂ 'ਤੇ ਬੈਠੇ ਮੇਰੇ ਨਾਲੋਂ ਚੰਗੇ ਨੇ, ਉਹ ਬੜੇ ਪੂਜਨੀਕ ਨੇ। ਫਿਰ ਮਨੁੱਖ ਦੇ ਅੰਦਰ ਇੰਨਾ ਕੁ ਹੀਣ ਭਾਵਨਾ ਆ ਗਈ ਕਿ ਮਨੁੱਖ ਨੇ ਮਨੁੱਖਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਮਨੁੱਖ ਨੇ ਪਸ਼ੂਆਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਮਨੁੱਖ ਨੇ ਸੱਪਾਂ ਦੀ ਪੂਜਾ ਕਰਨੀ, ਮਿੱਟੀ ਦੀ ਪੂਜਾ ਕਰਨੀ, ਪੱਥਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇਹ ਮਨੁੱਖ ਦੇ ਡਿੱਗੇ ਹੋਏ ਆਤਮ ਸਨਮਾਨ ਦੀ ਪਹਿਚਾਣ ਹੈ। ਮਨੁੱਖ ਤਾਂ ਪਰਮਾਤਮਾ ਦੀ ਅੰਸ਼ ਹੈ, ਪਰ ਹੋਇਆ ਕਿ ਮਨੁੱਖ ਕੇਵਲ ਸੰਸਾਰਕ ਜੀਵਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਸਰੀਰ ਨੂੰ ਸੰਭਾਲਣਾ, ਖਾਣਾ ਪੀਣਾ ਪਹਿਨਣਾ, ਸੰਸਾਰਕ ਪਦਾਰਥਾਂ ਨੂੰ ਉਹਨੇ ਜ਼ਿੰਦਗੀ ਸਮਝ ਲਿਆ। ਸੰਸਾਰਕ ਪਦਾਰਥ ਸਾਡੀ ਜ਼ਿੰਦਗੀ ਦੀ ਲੋੜ ਨੇ, ਲੇਕਿਨ ਇਹ ਜ਼ਿੰਦਗੀ ਨਹੀਂ ਹੈ। ਐਸ ਸਰੀਰ ਵਿੱਚ ਰਹਿੰਦਿਆਂ ਇੱਕ ਅਸੀਂ ਜੀਵਨ ਪ੍ਰਾਪਤ ਕਰਨਾ ਸੀ, ਜਿਹੜਾ ਜੀਵਨ ਸਦਾ ਕਾਇਮ ਰਹਿਣ ਵਾਲਾ ਸੀ, ਜਿਹਨੂੰ ਆਪਾਂ ਆਤਮਿਕ ਜੀਵਨ ਕਹਿੰਦੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਮਤਾਂ ਸੋਚਣਾ ਕਿ ਜਿਹੜਾ ਤੁਰਿਆ ਫਿਰਦਾ ਉਹ ਜਿਉਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਉਂਦਾ ਉਹ ਹੈ ਜਿਹਦੇ ਅੰਦਰ ਪ੍ਰਮਾਤਮਾ ਵਸ ਗਿਆ, ਰੱਬੀ ਗੁਣ ਵਸ ਗਏ। ਜਿਉਂਦਾ ਉਹ ਹੈ ਜਿਹਦੇ 'ਚ ਪਿਆਰ ਹੈ, ਦਇਆ ਹੈ, ਸੰਤੋਖ ਹੈ, ਪਰਉਪਕਾਰ, ਉਹ ਜਿਉਂਦਾ ਹੈ। ਹੋਰ ਕੋਈ ਜਿਉਂਦਾ ਨਹੀਂ ਹੈ, ਕੇਵਲ ਐਵੇਂ ਸਰੀਰ ਤੁਰੇ ਫਿਰਦੇ ਨੇ। ਅੱਜ ਜਿੰਨੀ ਆਬਾਦੀ ਧਰਤੀ ਤੇ ਮਤਾਂ ਸੋਚਣਾ ਕਿ ਤੁਸੀਂ ਮਨੁੱਖ ਤੁਰੇ ਫਿਰਦੇ ਨੇ। ਜੇ ਮਨੁੱਖ ਹੋਣ ਤੇ ਫਿਰ ਝਗੜਾ ਹੀ ਕਾਹਦਾ ਹੈ? ਜੇ ਮਨੁੱਖ ਹੋਣ,
ਮਨੁੱਖ ਹੋਣ ਤੇ ਫਿਰ ਲੜਾਈਆਂ ਝਗੜੇ ਥੋੜਾ ਹੋਣ। ਮਨੁੱਖ ਨਹੀਂ ਹੈ, ਮਨੁੱਖਾਂ ਦੇ ਅੰਦਰ ਤਾਂ ਜਾਨਵਰ ਵੜ ਕੇ ਬੈਠ ਗਏ। ਮਨੁੱਖ ਦੇ ਅੰਦਰ ਪਸ਼ੂ ਬਣ ਗਿਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਸ ਮਨੁੱਖ ਅੰਦਰ ਪਰਮਾਤਮਾ ਵਸਿਆ, ਰੱਬੀ ਗੁਣ ਵਸੇ, ਜਿਉਂਦਾ ਉਹ ਹੈ। ਕਿਸੇ ਬੱਚੇ ਨੂੰ ਅਸੀਂ ਸਕੂਲ ਭੇਜਦੇ ਹਾਂ, ਉਹ ਸਕੂਲ ਜਾ ਕੇ ਪੜ੍ਹਿਆ ਨਹੀਂ, ਪਾਸ ਨਹੀਂ ਹੋਇਆ, ਆਪਾਂ ਕਹਿੰਦੇ ਤੂੰ ਗਿਆ ਨਾ ਗਿਆ ਬਰਾਬਰ ਹੀ ਹੈ। ਤੇ ਜਿਹੜਾ ਜਾ ਕੇ ਉਹ ਸਕੂਲ ਦੇ ਵਿੱਚ ਚੰਗੇ ਨੰਬਰਾਂ 'ਚ ਅੱਗੇ ਨਿਕਲਦਾ, ਆਪਾਂ ਕਹਿੰਦੇ ਇਹ ਗਿਆ ਸਕੂਲੇ, ਸਕੂਲੇ ਜਾਣ ਦਾ ਤੇ ਇਹਦਾ ਲਾਭ ਹੈ, ਇਹ ਹੈ ਸਕੂਲ ਜਾਣਾ। ਗੁਰਬਾਣੀ ਕਹਿੰਦੀ ਇਹ ਹੈ ਜ਼ਿੰਦਗੀ, ਕਿ ਤੁਸੀਂ ਜ਼ਿੰਦਗੀ ਅੰਦਰ ਪਰਉਪਕਾਰ ਦਾ ਜੀਵਨ ਜੀਓ। ਤੁਸੀਂ ਚਾਹ ਦੇ ਨਾਲ ਇਹ ਖਿੜੇ ਮੱਥੇ, ਤੁਹਾਡੇ ਚਿਹਰੇ ਤੇ ਹਮੇਸ਼ਾ ਹਾਸਾ ਰਹੇ, ਇਹ ਜ਼ਿੰਦਗੀ ਹੈ। ਰੋ ਕਰ ਲਾ ਕੇ ਜਿਉਣਾ ਕੋਈ ਜ਼ਿੰਦਗੀ ਹੈ? ਧੂ ਘਸੀਟ ਕੇ ਲੱਤਾਂ ਜ਼ਿੰਦਗੀ ਜਿਉਣਾ ਕੋਈ ਜ਼ਿੰਦਗੀ ਨਹੀਂ ਹੈ। ਜ਼ਿੰਦਗੀ ਤੇ ਕਿ ਤੁਸੀਂ ਆਪ ਵੀ ਪ੍ਰਸੰਨ ਰਹੋ, ਤੁਸੀਂ ਹੋਰਨਾਂ ਨੂੰ ਪ੍ਰਸੰਨਤਾ ਦਿਓ। ਸਤਿਗੁਰੂ ਜੀ ਕਹਿੰਦੇ ਜੇ ਤੇ ਇਹ ਹੈ ਫਿਰ ਤੇ ਤੁਹਾਡੀ ਜ਼ਿੰਦਗੀ ਹੈ, ਨਹੀਂ ਤੇ ਹੋਰ ਕੋਈ ਜਿਉਂਦਾ ਨਹੀਂ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਸਾਰੀ ਦੁਨੀਆ ਮਰੀ ਪਈ ਹੈ। ਮਰਣੰ ਵਿਸਰੰ ਗੋਬਿੰਦੈ, ਜੀਵਨੰ ਨਾਮ ਤੇ ਆਵਣੈ। ਗੋਬਿੰਦ ਨੂੰ ਵਿਸਰ ਜਾਣਾ ਮੌਤ ਹੈ, ਗੋਬਿੰਦ ਨੂੰ ਚੇਤੇ ਕਰਨਾ ਹੀ ਜੀਵਨ ਹੈ। ਜੀਵਨ ਕੇਵਲ ਰੋਟੀ ਪਾਣੀ ਖਾਣ ਲਈ ਨਹੀਂ ਸੀ ਕਿ ਖਾ ਲਿਆ, ਸੌਂ ਲਏ, ਬੱਚੇ ਪੈਦਾ ਕਰ ਲਏ, ਕੱਪੜੇ ਪਾ ਲਏ, ਦੌੜ ਭੱਜ ਕਰ ਲਈ, ਇਹ ਜ਼ਿੰਦਗੀ ਨਹੀਂ ਹੈ। ਜ਼ਿੰਦਗੀ ਦਾ ਮਕਸਦ ਸੀ ਇੱਕ ਪਰਮ ਪਦਵੀ ਪ੍ਰਾਪਤ ਕਰਨਾ। ਜ਼ਿੰਦਗੀ ਦਾ ਮਕਸਦ ਸੀ ਇੱਕ ਪੂਰਨ ਮਨੁੱਖ ਬਣਨਾ, ਸ੍ਰੇਸ਼ਟ ਇਨਸਾਨ ਬਣਨਾ। ਲੇਕਿਨ ਮਨੁੱਖ ਨੂੰ ਉਹ ਜ਼ਿੰਦਗੀ ਦਾ ਮਾਰਗ ਦੱਸਿਆ ਨਹੀਂ ਗਿਆ। ਮਨੁੱਖ ਦੇ ਮਨ 'ਚ ਤਾਂ ਇੱਕ ਹੀਣ ਭਾਵਨਾ ਆ ਗਈ ਕਿ ਮੈਂ ਸ਼ਾਇਦ ਕੇਵਲ ਤਾਂ ਕੇਵਲ ਲੋਕਾਂ ਨਾਲੋਂ ਗਰੀਬ ਹਾਂ, ਮਾੜਾ ਹਾਂ, ਊਚ ਨੀਚ ਦਾ ਭੇਦ ਭਾਵ ਆ, ਬ੍ਰਾਹਮਣ ਹੈ, ਖੱਤਰੀ ਹੈ, ਸੂਦਰ, ਵੈਸ। ਇਹ ਮਨੁੱਖ ਦੇ ਅੰਦਰ ਹੀਣ ਭਾਵਨਾ ਪੈਦਾ ਕਰਨ ਲਈ ਪ੍ਰਚਾਰਿਆ ਗਿਆ, ਤਾਂ ਕਿ ਮਨੁੱਖ ਨੂੰ ਆਪਣੀ ਅਹਿਮੀਅਤ ਦਾ, ਵਡਿਆਈ ਦਾ, ਵੈਲਿਊ ਦਾ, ਸਮਰੱਥਾ ਦਾ, ਪੋਸੀਬਿਲਿਟੀ ਦਾ ਪਤਾ ਨਾ ਲੱਗ ਸਕੇ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕੋਈ ਜ਼ਿੰਦਗੀ ਨਹੀਂ ਹੈ। ਜੀਵਨ ਤਉ ਗਣੀਏ ਹਰ ਪੇਖਾ, ਜ਼ਿੰਦਗੀ ਤੇ ਤਾਂ ਗਿਣੀ ਜਾਣੀ ਹੈ ਜੇ ਤੁਸੀਂ ਜ਼ਿੰਦਗੀ ਦੇ ਅੰਦਰ ਜ਼ਿੰਦਗੀ ਦਾ ਜੋ ਮਕਸਦ ਹੈ, ਲਕਸ਼ ਹੈ, ਨਿਸ਼ਾਨਾ ਹੈ, ਉਹਨੂੰ ਪ੍ਰਾਪਤ ਕਰ ਲਿਆ। ਉਹ ਨਿਸ਼ਾਨਾ ਅਸੀਂ ਰੋਜ਼ ਚੇਤੇ ਕਰਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਇਹ ਤੇ ਜ਼ਿੰਦਗੀ ਗੋਬਿੰਦ ਨੂੰ ਮਿਲਣ ਦੇ ਲਈ ਹੈ। ਜੇ ਗੋਬਿੰਦ ਨੂੰ ਮਿਲ ਗਏ ਤੇ ਜ਼ਿੰਦਗੀ ਸਫਲ ਹੈ। ਜੀਵਨ ਤਉ ਗਣੀਏ ਹਰ ਭੇਖਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜ਼ਿੰਦਗੀ ਤੇ ਤਾਂ ਹੀ ਗਿਣੀ ਜਾਏਗੀ ਜੇ ਹਰੀ ਦੇ ਆਪਾਂ ਦੀਦਾਰ ਕਰ ਲਏ, ਹਰੀ ਨਾਲ ਜੁੜ ਗਏ। ਜੇ ਨਹੀਂ ਜੁੜੇ ਤੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਬੇਅੰਤ ਥਾਵਾਂ ਤੇ ਕਿਹਾ ਕਿ ਇਹੋ ਜਿਹੀ ਜ਼ਿੰਦਗੀ ਅਕਾਰਥ ਹੈ, ਬਿਰਥ ਹੈ। ਤ੍ਰਿਗ ਜਿਨ੍ਹਾਂ ਦਾ ਤਿੰਨਾਂ ਦਾ ਜੀਵਿਆ, ਜਿਨ ਖਾਏ ਵਡਾਇਆ ਪੇਟ। ਜੇ ਖਾ ਖਾ ਕੇ ਸਰੀਰ ਹੀ ਵਧਾ ਲਿਆ ਤੇ ਸਤਿਗੁਰੂ ਜੀ ਕਹਿੰਦੇ ਇਹ ਜ਼ਿੰਦਗੀ ਤ੍ਰਿਗ ਹੈ, ਅਕਾਰਥ ਹੈ, ਬਿਰਥ ਹੈ। ਸਤਿਗੁਰੂ ਜੀ ਨੇ ਸਾਨੂੰ ਉਹ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ, ਅਸੀਸ ਦਿੱਤੀ ਹੈ। ਦੇਖੋ ਬਜ਼ੁਰਗ ਵੱਡੇ ਜਿਹੜੇ ਮਹਾਂਪੁਰਖ ਹੁੰਦੇ ਨੇ, ਉਹ ਮਨੁੱਖ ਨੂੰ ਅਸੀਸ ਦਿੰਦੇ, ਤੂੰ ਸਦਾ ਜਿਉਂਦਾ ਰਹਿ, ਜਿਉਂਦਾ ਰਹਿ। ਬੜੀ ਵੱਡੀ ਅਸੀਸ ਹੈ। ਪਰ ਜਿਉਂਦੇ ਰਹਿਣ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਆ ਜਿਹੜਾ ਸਰੀਰਕ ਜੀਵਨ ਇਹ ਬਹੁਤ ਚਿਰ ਜਿਓਗੇ। ਇਹ ਜਿੰਨਾ ਚਿਰ ਵੀ ਵਾਹਿਗੁਰੂ ਜੀ ਨੇ ਦਿੱਤਾ ਜਾਂ ਕੋਈ ਜਿਉਂਦਾ ਮੁਬਾਰਕ ਹੈ। ਕੋਈ ਕਿੰਨਾ ਚਿਰ ਜੂਇਆ ਇਹ ਗੱਲ ਮਾਇਨੇ ਨਹੀਂ ਰੱਖਦੀ। ਮਾਇਨੇ ਤੇ ਗੱਲ ਰੱਖਦੀ ਕਿ ਜਿੰਨਾ ਚਿਰ ਜੂਇਆ ਉਹ ਕਿੱਦਾਂ ਜੂਇਆ, ਕਿ ਉਹ ਹੱਸ ਕੇ ਜਿਉਂਦਾ ਰਹੇ ਕਿ ਰੋਂਦਾ ਹੀ ਰਹੇ। ਜੇ ਆਪਾਂ ਰੋ ਕੇ 100 ਸਾਲ ਜਿਉਣੇ ਤੇ ਉਹ ਕੋਈ ਜ਼ਿੰਦਗੀ ਨਹੀਂ ਹੈ। ਜੇ ਆਪਾਂ ਲੋਕਾਂ ਦਾ ਦਿਲ ਦਿਖਾ ਕੇ ਲੋਕਾਂ ਤੇ ਜ਼ੁਲਮ ਕਰਕੇ ਜਿਉਣਾ ਤੇ ਉਹ ਕੋਈ ਜ਼ਿੰਦਗੀ ਨਹੀਂ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਇਹ ਹੈ ਕਿ ਤੁਸੀਂ ਜ਼ਿੰਦਗੀ ਦੇ ਅੰਦਰ ਜੀਵੋ। ਜੀਵੋ ਦਾ ਅਰਥ ਹੈ ਕਿ ਆਤਮਿਕ ਆਨੰਦ ਮਾਣੋ, ਤੁਸੀਂ ਚਾਹੋ ਮਾਣੋ। ਸਤਿਗੁਰੂ ਜੀ ਨੇ ਇਸ ਮੁਖ ਵਾਕ ਦੇ ਰਾਹੀਂ ਸਾਨੂੰ ਇੱਕ ਅਸੀਸ ਦਿੱਤੀ ਹੈ, ਸਾਨੂੰ ਇੱਕ ਪ੍ਰੇਰਣਾ ਦਿੱਤੀ ਹੈ, ਉਪਦੇਸ਼ ਦਿੱਤਾ ਹੈ ਕਿ ਆਪਾਂ ਸਦਾ ਜਿਉਂਦੇ ਰਹੀਏ। ਉਹ ਸਦ ਜੀਵਨ ਕਿਵੇਂ ਮਾਣਿਆ ਜਾ ਸਕਦਾ ਹੈ? ਉਹ ਸਦ ਜੀਵਨ ਮਾਨਣ ਦਾ ਸੁੱਖ ਕੀ, ਆਨੰਦ ਕੀ ਹੈ? ਸਤਿਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਗੁਰੂ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਮਿਲ ਕੇ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਸਾਰੇ ਹੀ ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋਂ ਮਹਿਲਾ ਪੰਜਵਾਂ, ਸਾਚ ਪਦਾਰਥ ਗੁਰਮੁਖ ਲਹੋ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1138 ਤੇ ਅੰਕਿਤ ਨੇ। ਗੁਰੂਦੇਵ ਕਹਿੰਦੇ ਜੀਵਤ 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 ਰਹੋ। ਰਹਾਓ ਵਾਲੀਆਂ ਇਹ ਪੰਕਤੀਆਂ ਨੇ। ਜਿਉਂਦੇ ਰਹੋ, ਜਿਉਂਦੇ ਰਹੋ, ਤੁਸੀਂ ਸਦਾ ਜਿਉਂਦੇ ਰਹੋ। 3 ਵਾਰੀ ਇਹ ਗੱਲ ਕਹੀ ਹੈ। ਭਾਵ ਤੁਸੀਂ ਸਦਾ ਆਤਮਿਕ ਆਨੰਦ ਮਾਣੋ, ਆਤਮਿਕ ਜੀਵਨ ਮਾਣੋ। ਜੀਵਨ ਕੀ ਹੈ?
ਗੁਰਬਾਣੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ ਸਾਡੇ ਘਰਾਂ 'ਚ, ਵਾਹਿਗੁਰੂ ਜੀ ਬੱਚਿਆਂ ਦੀ ਦਾਤ ਬਖਸ਼ੇ ਤੇ ਆਪਾਂ ਇੱਕ ਬਚਨ ਪੜ੍ਹਦੇ ਹਾਂ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਸਦਾ ਭਜੋ ਜਗਦੀਸ਼। ਫਿਰ ਬਚਨ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ। ਇਹ ਭਾਈ ਅੰਮ੍ਰਿਤ ਪੀਓ, ਤੁਸੀਂ ਸਦਾ ਜਿਉਂਦੇ ਰਹੋ। ਅੰਮ੍ਰਿਤ ਦਾ ਅਰਥ ਕਿ ਉਹ ਵਸਤੂ ਨਾਲ ਜੁੜੋ ਜਿਹੜੀ ਤੁਹਾਨੂੰ ਮੌਤ ਤੋਂ ਰਹਿਤ ਜ਼ਿੰਦਗੀ ਪ੍ਰਦਾਨ ਕਰ ਦੇਵੇ। ਤੁਹਾਡੀ ਜ਼ਿੰਦਗੀ 'ਚੋਂ ਮੌਤ ਦਾ ਡਰ ਹੀ ਖਤਮ ਹੋ ਜਾਏ। ਜਿੱਥੇ ਮੌਤ ਦਾ ਡਰ ਹੈ ਉਹ ਕੋਈ ਜ਼ਿੰਦਗੀ ਨਹੀਂ ਹੈ। ਜਿੱਥੇ ਮੌਤ ਦਾ ਖਤਰਾ ਮੰਡਰਾ ਰਿਹਾ ਹੈ ਨਾ, ਉਹ ਕੋਈ ਜ਼ਿੰਦਗੀ ਨਹੀਂ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਤੂੰ ਇਹੋ ਜਿਹੀ ਜ਼ਿੰਦਗੀ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ। ਤੁਸੀਂ ਅੰਮ੍ਰਿਤ ਪੀਵੋ, ਉਸ ਵਸਤੂ ਨਾਲ ਜੁੜੋ ਜਿਹੜੀ ਤੁਹਾਨੂੰ ਮੌਤ ਤੋਂ ਰਹਿਤ ਅਵਸਥਾ ਪ੍ਰਦਾਨ ਕਰ ਦੇਵੇ। ਉਹ ਵਸਤੂ ਕੀ ਹੈ? ਪਰਮਾਤਮਾ ਦਾ ਸਿਮਰਨ। ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਸਦਾ ਚਿਰ ਜਿਉਣਾ ਚਾਹੁੰਦੇ ਹੋ ਫਿਰ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੂ ਨਾ ਵਿਆਪੇ ਜਿੰਦ। ਇਹ ਕੋਈ ਜ਼ਿੰਦਗੀ ਹੈ? 50 ਚਿੰਤਾਵਾਂ ਸਾਨੂੰ ਲੱਗੀਆਂ ਹੋਈਆਂ ਨੇ, ਰਾਤ ਨੂੰ ਨੀਂਦ ਹੀ ਨਹੀਂ ਆਉਂਦੀ, ਇਹ ਕੋਈ ਜ਼ਿੰਦਗੀ ਹੈ? ਗੋਲੀਆਂ ਖਾ ਕੇ ਸੌਣਾ ਇਹ ਕੋਈ ਜ਼ਿੰਦਗੀ ਹੈ? ਐਵੇਂ ਫਿਕਰਾਂ ਦੇ ਘੁੰਮਣ ਘੇਰੀ 'ਚ ਡਿੱਗੇ ਰਹਿਣਾ, ਚਿੰਤਾਵਾਂ 'ਚ ਪਏ ਰਹਿਣਾ, ਮੱਥੇ ਤੇ ਤੂੜੀ ਪਈ ਰਹਿਣੀ, ਉਦਾਸ ਰਹਿਣਾ, ਇਹਨੂੰ ਕੋਈ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ। ਜ਼ਿੰਦਗੀ ਤੇ ਇਹ ਹੈ ਕਿ ਕਬੂ ਨਾ ਵਿਆਪੇ ਚਿੰਤਾ, ਤੁਹਾਨੂੰ ਜ਼ਿੰਦਗੀ 'ਚ ਚਿੰਤਾ ਹੀ ਕੋ ਨਾ ਆਏ। ਜਿੱਥੇ ਸਤਿਗੁਰੂ ਜੀ ਕਹਿੰਦੇ ਜੀਵਤ 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 ਰਹੋ, ਤੁਸੀਂ ਸਦਾ ਜਿਉਂਦੇ ਰਹੋ। ਤੁਹਾਡਾ ਕਿ ਤੁਸੀਂ ਸਦਾ ਆਤਮਿਕ ਜੀਵਨ ਮਾਣੋ, ਆਤਮਿਕ ਆਨੰਦ ਮਾਣੋ, ਖੁਸ਼ੀਆਂ ਮਾਣੋ, ਖੇੜੇ ਮਾਣੋ। ਜੀਵਨ ਦਾ ਅਰਥ ਕੇਵਲ ਸਾਹ ਪੂਰੇ ਕਰਨ ਤੋਂ ਨਹੀਂ ਹੈ। ਜਦੋਂ ਬਜ਼ੁਰਗ ਅਸੀਸ ਦਿੰਦੇ ਨੇ ਤੇ ਉਹਦਾ ਅਰਥ ਕੇਵਲ ਦੁਨਿਆਵੀ ਤੌਰ ਤੇ ਸਾਲ ਪੂਰੇ ਕਰਨ ਤੋਂ ਨਹੀਂ ਹੈ। ਉਹਦਾ ਅਰਥ ਕਿ ਤੁਸੀਂ ਜਿੰਨਾ ਚਿਰ ਜੀਓ ਤੁਸੀਂ ਖੁਸ਼ ਰਹੋ, ਪ੍ਰਸੰਨ ਰਹੋ, ਆਨੰਦ ਵਿੱਚ ਰਹੋ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੀਵਤ 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 ਰਹੋ। ਭਾਈ ਸਦਾ ਤੁਸੀਂ ਜਿਉਂਦੇ ਰਹੋ, ਆਤਮਿਕ ਜੀਵਨ ਜਿਓ, ਆਤਮਿਕ ਆਨੰਦ ਮਾਣੋ, ਆਤਮ ਖੁਸ਼ੀਆਂ ਮਾਣੋ। ਪਰ ਜੇ ਤੁਸੀਂ ਉਹ ਜੀਵਨ ਜਿਉਣਾ ਫਿਰ ਰਾਮ ਰਸਾਇਣ ਨਿਤ ਉੱਠ ਪੀਓ। ਦੇਖੋ ਅਸੀਂ ਜਿਉਂਦੇ ਆ ਨਾ, ਜਿਉਣਾ ਹੈ ਤੇ ਉੱਠਦੇ ਆ ਸਾਰ ਅਸੀਂ ਕੁਝ ਨਾ ਕੁਝ ਖਾਂਦੇ ਹਾਂ, ਪੀਂਦੇ ਹਾਂ। ਕੋਈ ਦੁੱਧ ਪੀਂਦਾ ਹੈ, ਕੁਝ ਹੋਰ ਖਾਂਦਾ, ਇਹ ਜਿਉਂਦੇ ਰਹਿਣ ਲਈ ਹੈ। ਕੋਈ ਹੋਰ ਕਈ ਤਰੀਕਿਆਂ ਦੀ ਐਨਰਜੀ ਦੇ ਲਈ ਖਾਂਦਾ ਪੀਂਦਾ ਹੈ। ਰੋਟੀ ਖਾਂਦੇ ਆਪਾਂ, ਭੋਜਨ ਖਾਂਦੇ ਹਾਂ, ਕਈ ਤਰ੍ਹਾਂ ਦੇ ਪਦਾਰਥ ਵਰਤਦੇ ਹਾਂ ਤੰਦਰੁਸਤ ਰਹਿਣ ਦੇ ਲਈ। ਤਰ੍ਹਾਂ ਤਰ੍ਹਾਂ ਦੇ ਕੋਈ ਵਿਟਾਮਿਨ ਖਾਂਦਾ ਹੈ, ਕੋਈ ਹੋਰ ਕਈ ਚੀਜ਼ਾਂ ਖਾਂਦਾ, ਆਪੋ ਆਪਣੇ ਤਰੀਕੇ ਨਾਲ ਜਿੰਨਾ ਗਿਆਨ ਜਿੰਨੀ ਸੋਝੀ ਹੈ। ਤੇ ਕਈ ਰਸਾਇਣਾਂ ਖਾਂਦੇ, ਰਸਾਇਣ ਦਾ ਅਰਥ ਹੁੰਦਾ ਹੈ ਰੋਗਾਂ ਤੋਂ ਰਹਿਤ ਜ਼ਿੰਦਗੀ ਪ੍ਰਦਾਨ ਕਰਨ ਵਾਲੀ ਚੀਜ਼। ਬੜੀਆਂ ਰਸਾਇਣਾਂ ਮਾਰੀਆਂ ਹੁੰਦੀਆਂ ਨੇ ਵੈਦਾਂ ਹਕੀਮਾਂ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਤੁਸੀਂ ਆਤਮਿਕ ਜੀਵਨ ਮੰਨਣਾ ਚਾਹੁੰਦੇ, ਰਾਮ ਰਸਾਇਣ ਨਿਤ ਉੱਠ ਪੀਓ। ਵਾਹਿਗੁਰੂ ਜੀ ਦੇ ਨਾਮ ਰਸਾਇਣ, ਰਸ ਆਇਣ ਦਾ ਅਰਥ ਜੋ ਰਸਾਂ ਦਾ ਘਰ ਹੈ, ਜਿੱਥੋਂ ਸਾਰੇ ਰਸ ਤੁਹਾਨੂੰ ਮਿਲਦੇ ਨੇ। ਅਸੀਂ ਦੁਨੀਆ ਦੇ ਕਈ ਰਸ ਮਾਣਦੇ ਹਾਂ ਜਿਉਂਦੇ ਰਹਿਣ ਦੇ ਲਈ। ਮਿੱਠਾ ਰਸ ਖਾਂਦੇ ਹਾਂ, ਅਨੇਕ ਤਰ੍ਹਾਂ ਦੇ ਰਸ ਅਸੀਂ ਖਾਂਦੇ ਹਾਂ। ਜਿੱਥੇ ਅਸੀਂ ਜਿਉਂਦੇ ਰਹਿਣ ਲਈ ਰਸ ਪੀਂਦੇ ਹਾਂ, ਖਾਂਦੇ ਹਾਂ, ਭੋਜਨ ਖਾਂਦੇ ਹਾਂ, ਰਸਦਾਇਕ ਹੀ ਭੋਜਨ ਖਾਂਦੇ ਨਾ ਆਪਾਂ, ਕਦੀ ਕੌੜਾ ਭੋਜਨ ਤਾਂ ਨਹੀਂ ਕੋਈ ਖਾਂਦਾ। ਲੇਕਿਨ ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਆਤਮਿਕ ਜੀਵਨ ਮੰਨਣਾ ਹੈ, ਰਾਮ ਰਸਾਇਣ ਵਾਹਿਗੁਰੂ ਜੀ ਦਾ ਜੋ ਨਾਮ ਰਸਾਂ ਦਾ ਘਰ ਹੈ, ਇਸ ਰਸਾਇਣ ਨੂੰ ਪੀਆ ਕਰੋ। ਰੋਜ਼ ਵਾਹਿਗੁਰੂ ਜੀ ਦੇ ਨਿਤ ਉੱਠ ਪੀਓ। ਜਦੋਂ ਉੱਠਦੇ ਹੋ, ਸਾਡੇ ਸਤਿਗੁਰੂ ਜੀ ਨੇ ਕਿਹਾ ਸੀ ਜੀਵਨ ਮੰਨਣਾ ਹੈ ਨਾ, ਗੁਰਸਿੱਖ ਆਇਆ ਹੀ ਜੀਵਨ ਮੰਨਣ ਦੇ ਲਈ ਹੈ। ਫਿਰ ਗੁਰ ਸਤਿਗੁਰੂ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਜਿਹੜਾ ਗੁਰੂ ਕਾ ਸਿੱਖ ਅਖਵਾਉਂਦਾ ਆਪਣੇ ਆਪ ਨੂੰ ਕਿ ਮੈਂ ਗੁਰੂ ਕਾ ਸਿੱਖ ਹਾਂ, ਕਿਉਂਕਿ ਹਰ ਕੋਈ ਕਹਿੰਦਾ ਜੀ ਮੈਂ ਸਿੱਖ ਹਾਂ, ਬਹੁਤ ਚੰਗੀ ਗੱਲ ਹੈ, ਕਹਿਣ ਦਾ ਹੱਕ ਹੈ। ਜਿਹੜਾ ਸਿੱਖ ਅਖਵਾਉਂਦਾ ਹੈ ਉਹ ਹਰ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਕਰੇ, ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰੇ। ਗੁਰੂ ਦੀ ਸਿੱਖਿਆ ਇਹ ਹੈ ਰਾਮ ਰਸਾਇਣ ਨਿਤ ਉੱਠ ਪੀਓ। ਹਰ ਰੋਜ਼ ਉੱਠਦਿਆਂ ਸਾਰ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪੀਆ ਕਰੋ, ਜੋ ਰਸਾਂ ਦਾ ਘਰ ਹੈ। ਸਾਰੇ ਰਸ ਇਹਦੇ ਵਿੱਚ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਦੇ ਬਚਨ ਕਹਿੰਦੇ, ਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਪਲਾਇਣ। ਜੋ ਮੰਗੇ ਸੋਈ ਸੋਈ ਪਾਵੈ ਸਿਵ ਹਰ ਕੇ ਚਰਨ ਰਸਾਇਣ। ਜਨਮ ਮਾਰਨ ਦੂਹੂ ਤੇ ਛੂਟੈ ਭਵਜਲ ਜਗਤ ਤਰਾਇਣ।
ਗੁਰਦੇਵ ਕਹਿੰਦੇ ਕਿ ਰਸਨਾ ਨਾਲ ਵਾਹਿਗੁਰੂ ਜੀ ਦੇ ਨਾਮ ਰਸਾਇਣ ਨੂੰ ਨਿਤ ਚੇਤੇ ਕਰਿਆ ਕਰੋ, ਗੁਣਾਂ ਨੂੰ ਚੇਤੇ ਕਰਿਆ ਕਰੋ। ਦੁਨਿਆਵੀ ਤੌਰ ਤੇ ਤੁਸੀਂ ਵਿਟਾਮਿਨ ਖਾਂਦੇ ਹੋ, ਹੋਰ ਅਨੇਕ ਤਰ੍ਹਾਂ ਦੀਆਂ એનર્ਜੀ ਦੀਆਂ ਚੀਜ਼ਾਂ, ਜਾਂ ਤੁਸੀਂ ਅਨੇਕ ਤਰ੍ਹਾਂ ਦੀਆਂ ਹੋਰ ਖਾਸ ਚੀਜ਼ਾਂ ਖਾਂਦੇ ਹੋ ਜਿਉਂਦੇ ਰਹਿਣ ਲਈ, ਤੰਦਰੁਸਤ ਰਹਿਣ ਦੇ ਲਈ। ਸਤਿਗੁਰੂ ਜੀ ਕਹਿੰਦੇ ਹਰ ਰੋਜ਼ ਉੱਠਦਿਆਂ ਸਾਰ ਵਾਹਿਗੁਰੂ ਜੀ ਦੀ ਨਾਮ ਰਸਾਇਣ ਨੂੰ ਪੀਆ ਕਰੋ। ਜੋ ਰਸਾਂ ਦਾ ਘਰ ਵਾਹਿਗੁਰੂ ਜੀ ਦਾ ਨਾਮਾਂ ਨੂੰ ਪੀਆ ਕਰੋ, ਹੋਏਗਾ ਕਿ ਤੁਹਾਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਆਤਮਿਕ ਸੁੱਖ ਮਿਲੇਗਾ, ਤੁਹਾਨੂੰ ਆਨੰਦ ਮਿਲੇਗਾ। ਨਿਤ ਉੱਠ ਪੀਓ। ਇੱਥੇ ਇਹ ਨਹੀਂ ਹੈ ਕਿ ਮੱਸਿਆ ਵਾਲੇ ਦਿਨ, ਸੰਗਰਾਂਦ ਵਾਲੇ ਦਿਨ, ਦਸਵੀਂ ਵਾਲੇ ਦਿਨ, ਨਹੀਂ, ਨਿਤ ਉੱਠ ਪੀਓ। ਹਰ ਰੋਜ਼ ਉੱਠਦਿਆਂ ਸਾਰ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪੀਆ ਕਰੋ, ਵਾਹਿਗੁਰੂ ਜੀ ਦੇ ਨਾਮ ਰਸ ਜੁੜੋ। ਫਿਰ ਹਰ 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 ਰਸਨਾ ਕਹੋ। ਫਿਰਦਿਆਂ ਤੁਰਦਿਆਂ ਉੱਠਦਿਆਂ ਬੈਠਦਿਆਂ ਉਸ ਵਾਹਿਗੁਰੂ ਜੀ ਨੂੰ ਚੇਤੇ ਰੱਖੋ। ਇਹ ਰਸਨਾ ਨਾਲ ਵਾਹਿਗੁਰੂ ਜੀ ਨੂੰ ਯਾਦ ਰੱਖੋ, ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹੋ। ਕੀ ਹੋਏਗਾ? ਤੁਸੀਂ ਜਿਉਂਦੇ ਰਹੋਗੇ। ਅਸੀਂ ਕੋਈ ਬੂਟੇ ਲਗਾਉਂਦੇ ਹਾਂ, ਬੂਟਿਆਂ ਦਾ ਧਿਆਨ ਰੱਖਣਾ ਪੈਂਦਾ, ਪਾਣੀ ਦੇਣਾ ਪੈਂਦਾ ਹੈ, ਔਰ ਦੇਖ ਰੇਖ ਕਰਨੀ ਪੈਂਦੀ। ਬੂਟੇ ਤਾਂ ਹੀ ਹਰੇ ਰਹਿੰਦੇ ਨੇ, ਨਹੀਂ ਰੱਖਾਂਗੇ ਬੂਟੇ ਸੁੱਕ ਜਾਂਦੇ ਨੇ। ਬੂਟਿਆਂ ਨੂੰ ਚੰਗਾ ਫਲ ਲੱਗੇ, ਉਹਨਾਂ ਦਾ ਖਿਆਲ ਰੱਖਣਾ ਪੈਂਦਾ। ਤੁਸੀਂ ਵੇਲੇ ਸਿਰ ਉਹਨਾਂ ਨੂੰ ਪਾਣੀ ਪੂਣੀ ਨਹੀਂ ਪਾਓਗੇ, ਬੂਟੇ ਭਾਵੇਂ ਖੜੇ ਨੇ, ਉਹਨਾਂ ਨੂੰ ਕੋਈ ਫਲ ਫੁੱਲ ਨਹੀਂ ਵਧੀਆ ਲੱਗੂਗਾ। ਜ਼ਿੰਦਗੀ ਦੇ ਵਿੱਚ ਜੇ ਅਸੀਂ ਚੰਗਾ ਫਲ ਚਾਹੁੰਦੇ ਹਾਂ, ਚੰਗੀ ਪਦਵੀ ਚਾਹੁੰਦੇ, ਚੰਗਾ ਆਨੰਦ ਚਾਹੁੰਦੇ, ਜ਼ਿੰਦਗੀ ਦਾ ਫਲ ਕੀ ਹੈ? ਜ਼ਿੰਦਗੀ ਦਾ ਫਲ ਹੈ ਕਿ ਅਸੀਂ ਚਿੰਤਾ ਤੋਂ ਰਹਿਤ ਜੀਵਨ ਹੋਏ। ਜ਼ਿੰਦਗੀ ਦਾ ਫਲ ਹੈ ਕਿ ਅਸੀਂ ਹਮੇਸ਼ਾ ਹੱਸਦੇ ਰਹੀਏ, ਪ੍ਰਸੰਨ ਚਿੱਤ ਰਹੀਏ, ਸਾਨੂੰ ਕੋਈ ਫਿਕਰ ਨਾ ਹੋਏ। ਇਹ ਜ਼ਿੰਦਗੀ ਦਾ ਫਲ ਹੈ। ਇਸ ਕਰਕੇ ਇਹ ਫਲ ਸਾਨੂੰ ਮਿਲ ਸਕੇ, ਉਹਦੇ ਲਈ ਜ਼ਰੂਰੀ ਕਿ ਅਸੀਂ ਨਿਤ ਪਰਮਾਤਮਾ ਨੂੰ ਚੇਤੇ ਕਰੀਏ, ਨਿਤ ਵਾਹਿਗੁਰੂ ਜੀ ਨੂੰ ਚੇਤੇ ਕਰੀਏ। ਉਹਦਾ ਕਾਰਨ ਹੈ ਕਿ ਪਰਮਾਤਮਾ ਆਪ ਆਨੰਦ ਦਾ ਘਰ ਹੈ। ਹਰ 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 ਰਸਨਾ ਕਹੋ, 4 ਵਾਰੀ ਕਿਹਾ ਸਤਿਗੁਰੂ ਜੀ ਨੇ। ਹਰ ਮਹਿਣਾ ਉਹ ਪਰਮਾਤਮਾ ਜਿਹੜਾ ਹਰਿਆ ਭਰਿਆ ਹੈ, ਉਹ ਪਰਮਾਤਮਾ ਜਿਹੜਾ ਹਰ ਥਾਂ ਤੇ ਹੈ, ਉਹ ਪਰਮਾਤਮਾ ਜਿਹੜਾ ਹਰ ਹਿਰਦੇ ਵਿੱਚ ਹੈ, ਉਹ ਪਰਮਾਤਮਾ ਜਿਹੜਾ ਹਰ ਵੇਲੇ ਸਾਡੇ ਨਾਲ ਹੈ। ਉਹ ਪਰਮਾਤਮਾ ਨੂੰ ਹਰ ਵੇਲੇ ਚੇਤੇ ਰੱਖਿਆ ਕਰੋ। ਜੇ ਉਸ ਪਰਮਾਤਮਾ ਨੂੰ ਚੇਤੇ ਰੱਖੋਗੇ ਨਾ, ਤੁਸੀਂ ਵੀ ਹਰੇ ਹੋ ਜਾਓਗੇ, ਤੁਹਾਨੂੰ ਵੀ ਹਰ ਸੁੱਖ ਮਿਲ ਜਾਏਗਾ, ਤੁਹਾਡੀ ਜ਼ਿੰਦਗੀ 'ਚੋਂ ਹਰ ਦੁੱਖ ਮਿਟ ਜਾਏਗਾ। ਤੁਸੀਂ ਹਮੇਸ਼ਾ ਜਿੱਥੇ ਜਾਓਗੇ ਆਨੰਦ ਵਿੱਚ ਰਹੋਗੇ। ਸਾਹਿਬ ਜੀ ਕਹਿੰਦੇ ਨਿਤ ਉਸ ਪਰਮਾਤਮਾ ਦੇ ਨਾਮ ਨੂੰ ਰਸਨਾ ਦੇ ਨਾਲ ਚੇਤੇ ਰੱਖਿਆ ਕਰੋ। ਰਸਨਾ ਨੇ ਕੁਝ ਨਾ ਕੁਝ ਤਾਂ ਬੋਲਣਾ ਹੀ ਹੈ। ਜਦੋਂ ਰਸਨਾ ਵਿਹਲੀ ਹੁੰਦੀ ਨਾ, ਐਵੇਂ ਹੀ ਲੋਕਾਂ ਦੀ ਜਾਂ ਤੇ ਨਿੰਦਾ ਕਰੀ ਜਾਏਗੀ, ਜਾਂ ਚੁਗਲੀਆਂ ਕਰੀ ਜਾਏਗੀ, ਖੁਸ਼ਾਮਦ ਕਰੀ ਜਾਏਗੀ, ਔਗਣਾਂ ਦੀਆਂ ਗੱਲਾਂ ਚੇਤੇ ਕਰੀ ਜਾਏਗੀ। ਸਤਿਗੁਰੂ ਜੀ ਕਹਿੰਦੇ ਰਸਨਾ ਸਫਲ ਹੀ ਤਾਂ ਹੈ ਜੇ ਤੁਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰੋਗੇ। ਜਿਹੜੀ ਰਸਨਾ ਵਾਹਿਗੁਰੂ ਜੀ ਨੇ ਸਾਨੂੰ ਬੜੇ ਬੜੇ ਅਮੋਲ ਇਹ ਇੰਦਰੇ ਬਖਸ਼ਿਸ਼ ਕੀਤੇ ਨੇ, ਅਮੋਲ ਰਸਨਾ। ਜਿਹੜੀ ਰਸਨਾ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦੀ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਉਹ ਰਸਨਾ ਜਿਹੜੀ ਹੈ ਨਾ, ਫਿਰ ਤਿਲ ਤਿਲ ਕਰਕੇ ਕੱਟੀ ਜਾਂਦੀ, ਦੁੱਖਾਂ 'ਚ ਪੀੜਤ ਰਹਿੰਦੀ, ਜਿਹੜੀ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦੀ। ਸਤਿਗੁਰੂ ਜੀ ਰਸਨਾ ਨੂੰ ਸੰਬੋਧਨ ਕਰਕੇ ਰਸਨਾ ਨੂੰ ਕਹਿੰਦੇ ਕਿ ਤੂੰ ਹੋਰ ਨਾ ਰਸਾਂ 'ਚ ਤੇ ਪਈ, ਕਦੀ ਨਾਮ ਰਸ ਨੂੰ ਚੱਕ ਕੇ ਤਾਂ ਦੇਖ। ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਛਾਦ, ਚਾਖਤ ਹੋਏ ਰਹੇ ਬਿਸਮਾਦ। ਇਹ ਰਸਨਾ ਤੂੰ ਆਨ ਰਸ ਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ। ਸਾਹਿਬ ਕਹਿੰਦੇ ਇਸ ਰਸਨਾ ਦੇ ਨਾਲ ਹਰੀ ਦੇ ਨਾਮ ਨੂੰ ਨਿਤ ਚੇਤੇ ਰੱਖਿਆ ਕਰੋ। ਜੇ ਚੇਤੇ ਰੱਖੋਗੇ, ਜੇ ਰਾਮ ਰਸਾਇਣ ਨੂੰ ਨਿਤ ਉੱਠ ਪੀਓਗੇ, ਤੁਸੀਂ ਸਦਾ ਜਿਉਂਦੇ ਰਹੋਗੇ। ਮੌਤ ਤੁਹਾਡੀ ਜ਼ਿੰਦਗੀ 'ਚ ਆਏਗੀ ਨਹੀਂ। ਸਰੀਰ ਨੂੰ ਛੱਡਣਾ ਮੌਤ ਨਹੀਂ ਹੈ। ਜਿਨ੍ਹਾਂ ਨੂੰ ਗਿਆਨ ਹੋ ਗਿਆ ਨਾ, ਕਿਉਂਕਿ ਮਨੁੱਖ ਦੇ ਕੋਲ ਸਭ ਤੋਂ ਵੱਡਾ ਡਰ ਜਾਂ ਡਰਾਉਣ ਦਾ ਤਰੀਕਾ ਕਿ ਤੈਨੂੰ ਮਾਰ ਦੇਵਾਂਗੇ ਅਸੀਂ, ਇਹੀ ਹੈ ਨਾ, ਤੈਨੂੰ ਮਾਰ ਦੇਵਾਂਗੇ ਅਸੀਂ। ਤੇ ਮਨੁੱਖ ਡਰ ਜਾਂਦਾ ਹੈ, ਡਰ ਕੇ ਉਹ ਕਈ ਤਰ੍ਹਾਂ ਦੀ ਗੁਲਾਮੀ ਨੂੰ ਪ੍ਰਵਾਨ ਕਰ ਲੈਂਦੇ। ਮੌਤ ਦੇ ਨਾਂ ਤੇ ਮਨੁੱਖ ਗੁਲਾਮੀ ਨੂੰ ਪ੍ਰਵਾਨ ਕਰ ਲੈਂਦਾ। ਲੇਕਿਨ ਸਤਿਗੁਰੂ ਜੀ ਕਹਿੰਦੇ ਸਰੀਰ ਛੱਡਣਾ ਕੋਈ ਮੌਤ ਨਹੀਂ ਹੈ। ਦਰਅਸਲ ਜ਼ਮੀਰ ਦਾ ਮਰ ਜਾਣਾ ਮੌਤ ਹੈ, ਅੰਦਰੋਂ ਇਨਸਾਨੀਅਤ ਦਾ ਮਰ ਜਾਣਾ ਮੌਤ ਹੈ। ਤੁਹਾਡੇ ਅੰਦਰ ਇਨਸਾਨੀਅਤ ਜਿਉਂਦੀ ਰਹੇ, ਤੁਸੀਂ ਅੰਦਰੋਂ ਮਨੁੱਖ ਪੁਣੇ ਵਿੱਚ ਜਿਉਂਦੇ ਰਹੋ। ਤੁਹਾਡੇ ਅੰਦਰ ਇਵੇਂ ਕਹਿ ਲਓ ਕਿ ਮਨੁੱਖੀ ਸੁਭਾਅ ਜਿਉਂਦਾ ਰਹੇ, ਰੱਬੀ ਗੁਣ ਜਿਉਂਦੇ ਰਹਿਣ। ਇਸ ਲਈ ਨਿਤ ਪਰਮਾਤਮਾ ਨੂੰ ਚੇਤੇ ਕਰਿਆ ਕਰੋ। ਪਰਮਾਤਮਾ ਨੂੰ ਚੇਤੇ ਕਰਦੇ ਹੀ ਤੁਸੀਂ ਇਨਸਾਨ ਹੋ। ਮਤਾਂ ਕੋਈ ਸੋਚੇ ਕਿ ਰੋਟੀ ਪਾਣੀ ਖਾਣਾ ਹੀ ਇਨਸਾਨੀਅਤ ਹੈ। ਸਾਹਿਬ ਜੀ ਕਹਿੰਦੇ ਨੇ ਨਿਤ ਪਰਮਾਤਮਾ ਨੂੰ ਚੇਤੇ ਕਰਿਆ ਕਰੋ। ਆਰੰਭ ਤੋਂ ਸਤਿਗੁਰੂ ਜੀ ਨੇ ਗੱਲ ਕੀ, ਸਾਚ ਪਦਾਰਥ ਗੁਰਮੁਖ ਲਹੋ। ਜਿਉਂਦੇ ਰਹਿਣ ਲਈ ਜਿੱਥੇ ਅਸੀਂ ਭੋਜਨ ਖਾਂਦੇ ਹਾਂ, ਜਿਉਂਦੇ ਰਹਿਣ ਲਈ ਜਿੱਥੇ ਅਸੀਂ ਕਈ ਤਰ੍ਹਾਂ ਦੀਆਂ ਅਜਿਹੀਆਂ
ਵਿਟਾਮਿਨ ਵਗੈਰਾ ਜਾਂ ਹੋਰ ਇਹੋ ਜਿਹੀਆਂ ਗਜ਼ਾ ਖਾਂਦੇ ਆ ਜਿਹੜੇ ਸਾਡੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਨ। ਉੱਥੇ ਜਿਉਂਦੇ ਰਹਿਣ ਲਈ ਸਾਨੂੰ ਕਈ ਪਦਾਰਥਾਂ ਦੀ ਲੋੜ ਹੈ। ਘਰ ਚਾਹੀਦਾ ਹੈ, ਹੋਰ ਅਨੇਕ ਤਰ੍ਹਾਂ ਦੇ ਸਾਧਨ ਚਾਹੀਦੇ ਨੇ, ਕੱਪੜਾ ਲੱਤਾ ਚਾਹੀਦਾ ਹੈ, ਕਈ ਪਦਾਰਥ ਚਾਹੀਦੇ। ਪਦਾਰਥ ਮਿਣ ਵਸਤੂ। ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਸਦਾ ਜੀਵਨ ਮੰਨਣਾ ਫਿਰ ਸਾਚ ਪਦਾਰਥ ਗੁਰਮੁਖ ਲਓ। ਸਦਾ ਕਾਇਮ ਰਹਿਣ ਵਾਲਾ ਪਦਾਰਥ ਵੀ ਇਕੱਤਰ ਕਰੋ। ਦੁਨਿਆਵੀ ਪਦਾਰਥ ਤੁਹਾਨੂੰ ਉਹ ਜੀਵਨ ਪ੍ਰਦਾਨ ਨਹੀਂ ਕਰ ਸਕਦੇ। ਇਹਨਾਂ 'ਚ ਪੈ ਕੇ ਤੇ ਤੁਸੀਂ ਚਿੰਤਾ 'ਚ ਚਲੇ ਜਾਓਗੇ, ਫਿਕਰਾਂ 'ਚ ਪੈ। ਇਹ ਸਾਡੀ ਲੋੜ ਹੈ, ਹੋਣੇ ਚਾਹੀਦੇ ਨੇ। ਪਰ ਜੇ ਇੱਥੋਂ ਤੱਕ ਲੋੜ ਦੀ ਗੱਲ ਹੈ, ਉਹ ਹੋਣੇ ਚਾਹੀਦੇ ਨੇ, ਉਹਦੀ ਲਈ ਕਿਰਤ ਵੀ ਮਨੁੱਖ ਨੂੰ ਕਰਨੀ ਚਾਹੀਦੀ ਹੈ। ਮਨੁੱਖ ਨੂੰ ਕਿਰਤ ਕਰਦਿਆਂ ਜੋ ਆਉਂਦਾ ਹੈ, ਤੇ ਮਨੁੱਖ ਦਾ ਜਦੋਂ ਮਨ ਰੱਜਦਾ ਨਹੀਂ ਨਾ, ਫਿਰ ਕਹਿੰਦਾ ਬੇਈਮਾਨੀ ਕਰ ਲਓ, ਝੂਠ ਬੋਲੋ, ਹੇਰਾ ਫੇਰੀ ਕਰ ਲਓ। ਫਿਰ ਕੀ ਹੁੰਦਾ ਹੈ? ਮਨੁੱਖ ਪਦਾਰਥਾਂ ਦੇ ਨਾਲ ਹੀ ਜੁੜ ਜਾਂਦਾ ਹੈ, ਪਦਾਰਥਾਂ ਨੂੰ ਜਫਾ ਮਾਰ ਕੇ ਬੈਠ ਜਾਂਦਾ ਹੈ। ਪਦਾਰਥਾਂ ਮਗਰ ਇੰਨਾ ਜੁੜਦਾ ਕਿ ਜ਼ਿੰਦਗੀ ਅੰਦਰੋਂ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਧ। ਆਪਣੀ ਜ਼ਿੰਦਗੀ ਦਾ ਅਸਲੀ ਜੋ ਧਰਮ ਹੈ, ਮਾਰਗ ਹੈ, ਫਰਜ਼ ਹੈ, ਉਹਨੂੰ ਭੁੱਲ ਜਾਂਦਾ ਹੈ। ਸੱਚ ਪਦਾਰਥ ਚਾਹੀਦੇ ਨੇ। ਸਰੀਰ ਨੂੰ ਚਾਹੀਦੇ ਨੇ ਦੁਨਿਆਵੀ ਪਦਾਰਥ। ਸਰੀਰ ਨੂੰ ਭੋਜਨ ਚਾਹੀਦਾ, ਸਰੀਰ ਨੂੰ ਕੱਪੜਾ ਚਾਹੀਦਾ, ਸਰੀਰ ਨੂੰ ਘਰ ਚਾਹੀਦਾ, ਸਰੀਰ ਨੂੰ ਆਉਣ ਜਾਣ ਦੇ ਸਾਧਨ ਚਾਹੀਦੇ ਨੇ। ਇਹ ਪਦਾਰਥ ਦੁਨਿਆਵੀ ਨੇ। ਸਰੀਰ ਨਾਸਵੰਤ ਹੈ ਤੇ ਸਰੀਰ ਨਾਲ ਜੁੜੀ ਹਰ ਚੀਜ਼ ਨਾਸਵੰਤ ਹੈ। ਕੋਈ ਚੀਜ਼ ਸਾਡੇ ਨਾਲ ਜਾਣੀ ਨਹੀਂ ਹੈ। ਸਰੀਰ ਵੀ ਨਹੀਂ ਜਾਣਾ ਤੇ ਕੋਈ ਚੀਜ਼ ਨਹੀਂ ਜਾਣੀ। ਫਿਰ ਜਿਸ ਜੀਵਨ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ, ਸਾਹਿਬ ਜੀ ਕਹਿੰਦੇ ਇਹ ਪਦਾਰਥ ਉਹਦੇ ਨਾਲ ਨਹੀਂ ਜਾਣਾ। ਉਹਦੇ ਲਈ ਤੇ ਕੋਈ ਹੋਰ ਪਦਾਰਥ ਜਿਹੜਾ ਸਦਾ ਕਾਇਮ ਰਹਿਣ ਵਾਲਾ ਸਾਚ ਪਦਾਰਥ। ਸਤਿਗੁਰੂ ਜੀ ਨੇ ਥਾਂ ਥਾਂ ਤੇ ਸਾਨੂੰ ਸੁਚੇਤ ਕੀਤਾ। ਆਏ ਤੇ ਆਪਾਂ ਵਣਜ ਕਰਨ ਲਈ ਆ, ਪਰ ਵਣਜ ਉਸ ਚੀਜ਼ ਦਾ ਕਰੀਏ ਜਿਹੜੀ ਸਾਡੇ ਨਾਲ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਵ ਤੁਮਾਰੀ। ਇਹ ਜੀਵ ਰੂਪੀ ਵਪਾਰੀ ਸੱਚ ਦਾ ਵਪਾਰ ਕਰ। ਇੱਥੇ ਤੂੰ ਇਹ ਦਰਗਾਹ 'ਚ ਤੇਰੇ ਨਾਲ ਜਾਣਾ। ਵਣਜ ਕਰੋ ਵਣਜਾਰਿਓ ਵਖਰ ਲਿਓ ਸਮਾਲ, ਤੈਸੀ ਵਸਤ ਵਿਸਾਈਏ ਜੈਸੀ ਨਿਭ ਹੈ ਨਾਲ। ਉਸ ਵਸਤੂ ਨੂੰ ਇਕੱਤਰ ਕਰ ਲੈ ਜਿਹੜੀ ਤੇਰੇ ਨਾਲ ਨਿਭਣੀ ਹੈ। ਉਹ ਵਸਤੂ ਕਿਹੜੀ ਹੈ? ਉਹ ਹੈ ਪਰਮਾਤਮਾ ਦਾ ਨਾਮ। ਸਾਚ ਪਦਾਰਥ ਗੁਰਮੁਖ ਲਹੋ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਜ਼ਿੰਦਗੀ ਅੰਦਰ ਕੂੜ ਇਕੱਤਰ ਕਰ ਗਏ ਕੀਤਾ ਨਾ, ਉਹ ਇਸ ਧਰਤੀ ਤੋਂ ਖਾਲੀ ਹੱਥ ਚਲੇ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਕੂੜ ਦਾ ਸੌਦਾ ਕਰਨ ਵਾਲੇ ਕਬਰਾਂ 'ਚ ਡਿੱਗੇ ਰਹਿੰਦੇ ਨੇ, ਇਹਦੋਂ ਅੱਗੇ ਨਹੀਂ ਵੱਧ ਸਕਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜ਼ਿੰਦਗੀ ਅੰਦਰ ਸੱਚ ਦਾ ਵਪਾਰ ਕਰੋ, ਗੁਰਮੁਖ ਲਹੋ। ਗੁਰਮੁਖ ਦੇ ਅਰਥ ਦੇ ਖੱਖੇ ਨੂੰ ਸਿਹਾਰੀ ਹੈ। ਗੁਰਮੁਖ ਦਾ ਅਰਥ ਕਿ ਗੁਰੂ ਦੀ ਮੱਤ ਦੇ ਰਾਹੀਂ ਸੱਚ ਪਦਾਰਥ ਇਕੱਤਰ ਕਰ ਲਓ। ਦੇਖੋ ਇਹ ਸੱਚ ਨੂੰ ਪ੍ਰਾਪਤ ਕਰਨ ਦੀ ਸੋਝੀ ਗੁਰੂ ਤੋਂ ਬਿਨਾਂ ਕਿਤੇ ਨਹੀਂ ਮਿਲਣੀ। ਤੁਸੀਂ ਦੁਨੀਆ 'ਚ ਜਿੱਧਰ ਜਾਓਗੇ ਤੁਹਾਨੂੰ ਦੁਨਿਆਵੀ ਧਨ ਕਮਾਉਣ ਦਾ ਗਿਆਨ ਤਾਂ ਦਿੱਤਾ ਜਾਏਗਾ। ਦੁਨਿਆਵੀ ਪਦਾਰਥ ਕਿਵੇਂ ਇਕੱਤਰ ਕਰਨੇ ਇਹ ਤੇ ਸੋਝੀ ਦਿੱਤੀ ਜਾਏਗੀ। ਦੁਨਿਆਵੀ ਹੋਰ ਵਸਤੂਆਂ ਨਾਲ ਕਿਵੇਂ ਜੁੜਨਾ ਇਹ ਰਸਤੇ ਤੇ ਤੁਹਾਨੂੰ ਦੁਨੀਆ 'ਚੋਂ ਮਿਲਦੇ ਜਾਣਗੇ। ਬੜੇ ਨੇ ਅੱਜ ਤੇ ਸਕੂਲ ਕਾਲਜ ਸਭ ਦੁਨੀਆ ਦੇ ਪੈਸੇ ਕਮਾਉਣ ਲਈ ਜਾਚ ਦੱਸਦੇ ਨੇ, ਹੋਰ ਤੇ ਕੁਝ ਨਹੀਂ ਹੈ। ਇਹ ਤੁਹਾਨੂੰ ਜ਼ਿੰਦਗੀ ਦਾ ਸੁੱਖ ਮਾਣਨ ਦੀ ਕੋਈ ਜਾਚ ਨਹੀਂ ਦੇਣਗੇ, ਕਿਉਂਕਿ ਇਹ ਖੁੱਲੇ ਹੀ ਪੈਸੇ ਕਮਾਉਣ ਦੇ ਲਈ ਨੇ ਤੇ ਇਹਨਾਂ ਪੈਸੇ ਕਮਾਉਣ ਦੀ ਹੀ ਜਾਚ ਤੁਹਾਨੂੰ ਦੱਸਣੀ ਹੈ। ਅੱਜ ਮਨੁੱਖੀ ਸਮਾਜ ਦੇ ਡਿੱਗਣ ਦਾ ਕਾਰਨ ਜਾਂ ਆਏ ਦਿਨ ਡਿੱਗਦੇ ਜਾਣ ਦਾ ਕਾਰਨ ਇਹ ਹੈ ਕਿ ਮਨੁੱਖੀ ਸਮਾਜ ਦੇ ਅੰਦਰ ਕਿਤੇ ਕੋਈ ਇਹੋ ਜਿਹਾ ਸਾਨੂੰ ਅਦਾਰਾ ਨਹੀਂ ਨਜ਼ਰ ਆਉਂਦਾ ਜਿਹੜਾ ਮਨੁੱਖ ਨੂੰ ਮਨੁੱਖ ਬਣਨ ਦਾ ਉਪਦੇਸ਼ ਦਿੰਦਾ ਹੋਵੇ। ਮਨੁੱਖ ਨੂੰ ਮਸ਼ੀਨ ਬਣਨ ਦਾ ਉਪਦੇਸ਼ ਤਾਂ ਦਿੰਦੇ। ਮਸ਼ੀਨ ਪੈਸੇ ਕਮਾਉਣ ਲਈ ਹੁੰਦੀ ਹੈ। ਮਸ਼ੀਨ ਪੈਸੇ ਕਮਾਉਣ ਲਈ ਹੁੰਦੀ ਹੈ। ਮਨੁੱਖ ਨੂੰ ਮਸ਼ੀਨ ਤਾਂ ਬਣਾਇਆ ਜਾ ਰਿਹਾ ਹੈ। ਤੁਸੀਂ ਦੇਖਦੇ ਆ ਪ੍ਰਾਈਵੇਟ ਕੰਪਨੀਆਂ, ਸਾਡੇ ਬੱਚੇ ਕਿਨੇ ਪੜ੍ਹੇ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦੇ ਨੇ। ਉਹਨਾਂ ਦੇ ਅੱਗੇ ਇੱਕ ਟਾਰਗੇਟ ਰੱਖ ਦਿੱਤਾ ਜਾਂਦਾ, ਇੰਨੇ ਘੰਟੇ 'ਚ ਕੰਮ ਕਰਨਾ ਹੀ ਕਰਨਾ। ਬੱਚੇ ਮਸ਼ੀਨਾਂ ਬਣ ਗਏ। ਕੰਪਿਊਟਰ ਦੇ ਨਾਲ ਹੀ ਜੁੜੇ ਰਹਿੰਦੇ ਨੇ ਬੱਚੇ ਹਰ ਵੇਲੇ, ਕੰਪਿਊਟਰ ਦੇ ਨਾਲ। ਤੁਸੀਂ ਪੁੱਛ ਕੇ ਦੇਖੋ ਉਹਨਾਂ ਬੱਚਿਆਂ ਨੂੰ ਜਿਹੜੇ ਪ੍ਰਾਈਵੇਟ ਜੌਬਾਂ ਕਰਦੇ ਨੇ, ਖੂਨ ਪੀ ਜਾਂਦੀਆਂ ਨੇ ਇਹ ਕੰਪਨੀਆਂ, ਖੂਨ ਬੱਚਿਆਂ ਦਾ, ਕਿਉਂਕਿ ਬੱਚਿਆਂ ਨੂੰ ਮਸ਼ੀਨਾਂ ਨਾਲ ਮਸ਼ੀਨਾਂ ਬਣਨਾ ਪੈਂਦਾ। ਇਹੀ ਗੱਲ ਨਹੀਂ ਹੈ। ਤੁਸੀਂ ਫੋਰਨ ਕੰਟਰੀ 'ਚ ਕਿਸੇ ਵੀ ਜੌਬ ਤੇ ਜਾ ਕੇ ਦੇਖ ਲਓ, ਕਿਸੇ ਇੰਡਸਟਰੀ ਜਾ ਕੇ ਦੇਖ ਲਓ, ਉਹ ਕਹਿਣਗੇ ਮਸ਼ੀਨ ਦੇ ਨਾਲ ਮਸ਼ੀਨ ਜੇ ਬਣਦੇ ਹੋ ਤੇ ਜਾਬ ਰਹਿੰਦੀ ਨੇ ਤੇ ਆਊਟ ਕਰ ਦਿੰਦੇ ਅਗਲੇ, ਕੱਲ ਨੂੰ ਨਹੀਂ ਤੇਰੀ ਲੋੜ। ਮਸ਼ੀਨ ਦੀ ਸਪੀਡ ਨਾਲ ਚੱਲਣਾ ਪਏਗਾ ਤੁਹਾਨੂੰ। ਮਨੁੱਖ ਨੂੰ ਮਸ਼ੀਨ ਬਣਾਇਆ ਜਾ ਰਿਹਾ, ਮਨੁੱਖ ਨੂੰ ਇਨਸਾਨ ਨਹੀਂ ਬਣਾਇਆ ਜਾ ਰਿਹਾ। ਮਨੁੱਖ ਨੂੰ ਦੱਸਿਆ ਜਾ ਰਿਹਾ ਕਿ ਪੈਸੇ ਬਹੁਤੇ ਕਿਵੇਂ ਕਮਾਉਣੇ ਨੇ, ਔਰ ਮਨੁੱਖ ਵੀ ਪੈਸੇ ਕਮਾਉਣ ਲਈ ਪੜ੍ਹਦਾ ਹੈ। ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੀ ਉਹ ਜਿਹਦੇ ਨਾਲ ਪੈਸੇ ਬਹੁਤੇ ਕਮਾਏ ਜਾਣ।
ਜਿਹਦੇ ਨਾਲ ਅਸੀਂ ਕਹਿੰਦੇ ਡਾਕਟਰ ਬਣਾਓ ਬੜੇ ਪੈਸੇ ਕਮਾਏਗਾ, ਇੰਜੀਨੀਅਰ ਬਣਾਓ ਬੜੇ ਪੈਸੇ ਕਮਾਏਗਾ, ਇਹਨੂੰ ਤੁਸੀਂ ਨਾ ਵਪਾਰ ਵਿੱਚ ਪਾ ਦਿਓ ਬੜੇ ਪੈਸੇ ਕਮਾਏਗਾ, ਇਹਨੂੰ ਅਮਰੀਕਾ ਭੇਜ ਦਿਓ ਬੜੇ ਪੈਸੇ ਕਮਾਏਗਾ। ਅਸੀਂ ਨਹੀਂ ਰੱਖਦੇ ਇੱਥੋਂ ਕਿ ਬੜੇ ਪੈਸੇ ਕਮਾਏਗਾ। ਤੇ ਜਿਨ੍ਹਾਂ ਅਦਾਰਿਆਂ 'ਚ ਬੱਚੇ ਜਾਂਦੇ ਨੇ ਉਹ ਵੀ ਕਹਿੰਦੇ ਇਹ ਸਕੂਲ ਖੋਲ੍ਹ ਲਓ ਬੜੇ ਪੈਸੇ ਕਮਾਵਾਂਗੇ, ਪੈਸੇ ਕਮਾਉਣੇ ਤੇ ਹਸਪਤਾਲ ਖੋਲ੍ਹ ਲਓ। ਹੁਣ ਤੇ ਪੈਸੇ ਕਮਾਉਣ ਵਾਲਿਆਂ ਨੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਵੀ ਖੋਣੀਆਂ ਸ਼ੁਰੂ ਕਰਤੀਆਂ। ਪੈਸੇ ਕਮਾਉਣੇ ਤੇ ਵੱਡੇ ਵੱਡੇ ਫਾਰਮ ਬਣਾ ਲਓ, ਸਬਜ਼ੀਆਂ ਵੇਚ ਲਓ, ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ। ਨਿੱਕੇ ਮੋਟੇ ਜਿਹੜੇ ਸਬਜ਼ੀਆਂ ਵੇਚਣ ਵਾਲੇ ਨਿੱਕੇ ਮੋਟੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਕਰਾਂਦਾ। ਇਹ ਪੈਸੇ ਕਮਾਉਣੇ ਨੇ ਜਿੱਥੋਂ ਮਰਜ਼ੀ ਹੋ ਜਾਣ। ਹੋਰ ਇੱਕ ਸੋਚ ਚੱਲ ਪੈਸੇ ਕਮਾਉਣੇ ਤੇ ਨਸ਼ੇ ਵੇਚਣੇ ਸ਼ੁਰੂ ਕਰ ਦਿਓ ਤੁਸੀਂ। ਪੈਸੇ ਹੀ ਪੈਸੇ ਰਹਿ ਗਏ ਮਨੁੱਖ ਦੀ ਜ਼ਿੰਦਗੀ 'ਚ। ਮਨੁੱਖ ਦੀ ਜ਼ਿੰਦਗੀ 'ਚੋਂ ਰਸ ਖਤਮ ਹੋ ਗਿਆ, ਪਿਆਰ ਖਤਮ ਹੋ ਗਿਆ, ਹਮਦਰਦੀ ਖਤਮ ਹੋ ਗਈ, ਮਨੁੱਖ 'ਚੋਂ ਮਨੁੱਖਤਾ ਖਤਮ ਹੋ ਗਈ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਤੁਸੀਂ ਜਿਉਂਦੇ ਰਹਿਣਾ ਚਾਹੁੰਦੇ ਹੋ, ਜੀਵਨ ਕੀ ਹੈ? ਮਨੁੱਖ ਦਾ ਮਨੁੱਖ ਨਾਲ ਪਿਆਰ ਹੋਏ। ਜੀਵਨ ਕੀ ਹੈ? ਗੁਆਂਢੀ ਦੁਖੀ ਹੋਏ ਤੇ ਦੁੱਖ ਮੈਨੂੰ ਮਹਿਸੂਸ ਹੋਏ। ਜੀਵਨ ਉਹਨਾਂ ਦਾ ਜਿਨ੍ਹਾਂ ਨੇ ਦੂਜੇ ਦੁੱਖ ਨੂੰ ਆਪਣਾ ਦੁੱਖ ਸਮਝਿਆ। ਕੀ ਬਿਪਤਾ ਪਈ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ? ਉਹਨਾਂ ਨੂੰ ਕਿਸ ਚੀਜ਼ ਦੀ ਘਾਟ ਸੀ? ਉਹਨਾਂ ਨੂੰ ਕਿਸੇ ਚੀਜ਼ ਦੀ, ਪੈਸੇ ਦੀ ਘਾਟ ਨਹੀਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਸਤਿਗੁਰੂ ਜੀ ਤੇ ਅਜੇ 9 ਸਾਲ ਦੀ ਉਮਰ ਨੇ ਜਦੋਂ ਵੱਡੇ ਵੱਡੇ ਰਾਜੇ ਆ ਕੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਅਮੋਲ ਚੀਜ਼ਾਂ ਸਤਿਗੁਰੂ ਜੀ ਦੇ ਚਰਨਾਂ 'ਚ ਭੇਟਾ ਕਰਦੇ। ਪ੍ਰਸਾਦੀ ਹਾਥੀ ਹੈ, ਪੰਜਕਲਾ ਸ਼ਸਤਰ ਹੈ, ਪਤਾ ਨਹੀਂ ਲੱਖਾਂ ਰੁਪਏ ਰਾਜੇ ਆ ਕੇ ਭੇਟਾ ਕਰਦੇ ਨੇ ਸਤਿਗੁਰੂ ਜੀ। ਲੱਖਾਂ ਲੋਕ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਲੱਖਾਂ। ਔਰ ਸਤਿਗੁਰੂ ਜੀ ਦੀ ਏਡੀ ਵੱਡੀ ਸ਼ਾਨੋ ਸ਼ੌਕਤ ਸੀ ਕਿ ਦਿੱਲੀ ਦਰਬਾਰ ਜਿਹੜਾ ਨਾ ਉਹ ਸ਼ਰਮਿੰਦਾ ਹੋ ਜਾਂਦਾ ਸੀ ਸਤਿਗੁਰੂ ਜੀ ਦੇ ਦਰਬਾਰ ਦੀ ਵਡਿਆਈ ਨੂੰ ਦੇਖ ਕੇ। ਸਤਿਗੁਰੂ ਜੀ ਦੇ ਨਾਲ ਜੰਗਾਂ ਦਾ ਕਾਰਨ ਮੁੱਖ ਇਹੀ ਹੈ ਕਿ ਸਤਿਗੁਰੂ ਜੀ ਦੇ ਦਰਬਾਰ ਦਾ ਜੋ ਜਲਾਓ ਸੀ, ਜੋ ਵਡਿਆਈ ਸੀ, ਉਹਨੂੰ ਪਹਾੜੀਏ ਬਰਦਾਸ਼ਤ ਨਹੀਂ ਕਰ ਸਕੇ। ਈਰਖਾ ਅੱਜ ਵੀ ਜੋ ਕੁਝ ਚੱਲ ਰਿਹਾ ਈਰਖਾ 'ਚੋਂ ਚੱਲ ਰਿਹਾ ਕਿ ਪੰਜਾਬ ਅੱਗੇ ਕਿਉਂ ਵੱਧਦਾ, ਪੰਜਾਬੀ ਅੱਗੇ ਕਿਉਂ ਵੱਧਦਾ। ਇੱਕ ਵੀਰ ਨੇ ਪਾਇਆ ਕਿ ਉਹ ਕਿਸੇ ਖਾਸ ਏਜੰਸੀ 'ਚ, ਬੜੀ ਸੀਕਰੇਟ ਏਜੰਸੀ 'ਚ ਕੰਮ ਕਰਦਾ ਸੀ। ਉਹਦੇ ਨਾਲ ਰਹਿਣ ਵਾਲੇ ਲੋਕ ਜਿਹੜੇ ਉਹ ਕਹਿਣ ਲੱਗੇ ਕਿ ਸਾਨੂੰ ਤੁਹਾਡੇ ਤੋਂ ਬੜਾ ਡਰ ਲੱਗਦਾ, ਸਰਦਾਰਾਂ ਤੋਂ ਬੜਾ ਡਰ ਲੱਗਦਾ। ਕਹਿੰਦੇ ਤੁਹਾਡੇ 'ਚੋਂ ਸਾਨੂੰ ਨਾ ਰਾਜਿਆਂ ਵਾਲੀ ਚਮਕ ਨਜ਼ਰ ਆਉਂਦੀ, ਤੁਸੀਂ ਰਾਜੇ ਲੱਗਦੇ, ਤੁਸੀਂ ਬੋਲਦੇ ਤਾਂ ਤੁਹਾਡੇ ਬੋਲ ਸੁਣ ਕੇ ਅਸੀਂ ਡਰਦੇ, ਤੁਹਾਡੀ ਦਸਤਾਰ ਦੇਖ ਕੇ ਡਰਦੇ, ਇਸ ਕਰਕੇ ਨਿੱਤ ਤੁਹਾਡੇ ਵੈਰੀ ਰਹਿਣੇ। ਇਹ ਡਰਦੇ ਨੇ ਲੋਕ। ਕਲਗੀਧਰ ਪਾਤਸ਼ਾਹ ਜੀ ਨੇ ਜੋ ਅਣਖ ਨਾਲ ਜਿਉਣ ਦੀ ਜਾਚ ਦੱਸੀ ਹੈ, ਇਹਨਾਂ ਲੋਕਾਂ ਨੂੰ ਪ੍ਰਵਾਨ ਨਹੀਂ, ਕਿਉਂਕਿ ਉੱਤੇ ਗੁਲਾਮ ਰੱਖਣਾ ਚਾਹੁੰਦੇ ਨੇ ਮਨੁੱਖ ਬਣਾ ਕੇ, ਜਿਹੜੇ ਉਹਨਾਂ ਦੇ ਗੁਲਾਮ ਬਣੇ ਰਹਿਣ। ਕਲਗੀਧਰ ਪਾਤਸ਼ਾਹ ਜੀ ਨੇ ਕੀ ਕਸੂਰ ਕੀਤਾ ਸੀ? ਸਿਰਫ ਲੋਕਾਂ ਨੂੰ ਜਿਉਣ ਦਾ ਢੰਗ ਦੱਸਿਆ ਸੀ। ਕਿਸੇ ਅੱਗੇ ਸਿਰ ਝੁਕਾ ਕੇ ਜਿਉਣ ਦੀ ਲੋੜ ਨਹੀਂ ਹੈ। ਜਿੰਨੇ ਦਿਨ ਜਿਉਣੇ ਸ਼ਾਨ ਦੇ ਨਾਲ ਜੀਓ। ਮੈਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਜੀ ਨੂੰ ਕਾਹਦੀ ਕਮੀ ਸੀ? ਨਾ ਧਨ ਦੀ ਕਮੀ, ਨਾ ਮਾਨ ਸਨਮਾਨ ਦੀ ਕਮੀ, ਨਾ ਸੁੱਖਾਂ ਦੀ ਕਮੀ। ਦੁਨੀਆ ਤੇ ਅੱਗੇ ਪਿੱਛੇ ਉਹਨਾਂ ਦੇ ਚਰਨਾਂ ਤੇ ਫੁੱਲ ਵਸਾਉਂਦੀ ਆ ਕੇ। ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਪਰ ਇੰਨੀਆਂ ਬਿਪਤਾਵਾਂ ਆਉਣ ਦਾ ਕਾਰਨ ਕਿ ਉਹ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਸਨ। ਉਹਨਾਂ ਨੇ ਕਿਹਾ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ। ਇਹ ਦੂਜਿਆਂ ਲੋਕਾਂ ਦੇ ਪੁੱਤਾਂ ਦੀ ਖਾਤਰ ਮੈਂ ਆਪਣੇ ਪੁੱਤ ਵਾਰ ਦਿੱਤੇ ਨੇ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ। ਇਹਨਾਂ ਗਰੀਬਾਂ ਨੂੰ ਮੈਂ ਪਾਤਸ਼ਾਹ ਬਣਾਉਣਾ, ਇਹਨਾਂ ਨੂੰ ਗੁਲਾਮ ਨਹੀਂ ਰਹਿਣ ਦੇਣਾ, ਮੈਂ ਇਹਨਾਂ ਨੂੰ ਪਾਤਸ਼ਾਹ ਦੇਣਾ। ਔਰ ਸਿੱਖ ਨੂੰ ਸਤਿਗੁਰੂ ਜੀ ਨੇ ਸੋਚ ਹੀ ਦਿੱਤੀ ਹੈ ਕਿ ਉਹ ਬਾਦਸ਼ਾਹ ਵਾਲੀ ਸੋਚ ਹੈ। ਸਿੱਖ ਜਿੱਥੇ ਜਾਂਦਾ ਦਾਤਾ ਬਣ ਕੇ ਵਿਚਰਦਾ। ਸਿੱਖ ਭਿਖਾਰੀ ਨਹੀਂ ਹੈ, ਸਿੱਖ ਦਾਤਾ ਬਣ ਕੇ ਵਿਚਰਦਾ। ਉਹ ਭਾਵੇਂ ਇਕੱਲਾ ਹੋਏ, ਭਾਵੇਂ ਜਿੰਨੇ ਮਰਜ਼ੀ, ਉੱਥੇ ਲੰਗਰ ਲਾ ਦਿੰਦਾ। ਦਾਤਿਆਂ ਦਾ ਸੁਭਾਅ ਹੈ। ਇਹ ਦੁਨਿਆਵੀ ਦਾਤੇ ਵੀ ਉਹ ਕੰਮ ਨਹੀਂ ਕਰ ਸਕਦੇ ਜੋ ਸਿੱਖ ਨੂੰ ਸਤਿਗੁਰੂ ਜੀ ਨੇ ਦਿੱਤੇ। ਔਰ ਇਹੀ ਕਾਰਨ ਹੈ ਹੋਰਨਾਂ ਲੋਕਾਂ ਦੇ ਮਨਾਂ 'ਚ ਜੋ ਸਿੱਖ ਦੇ ਪ੍ਰਤੀ ਈਰਖ ਹੈ ਕਿ ਨੇਤੇ ਇੰਨੇ ਖੁਸ਼ਹਾਲ ਰਹਿੰਦੇ ਨੇ। ਆਪਾਂ ਪੜ੍ਹ ਕੇ ਦੇਖ ਲਈਏ ਇਤਿਹਾਸ। 1947 'ਚ ਕੀ ਨਹੀਂ ਗਵਾਇਆ ਸੀ? ਵੱਡੀਆਂ ਵੱਡੀਆਂ ਜਾਇਦਾਦਾਂ ਗਵਾਚ ਗਈਆਂ। ਜੰਗਲਾਂ 'ਚ ਬੈਠੇ ਸਾਡੇ ਬਜ਼ੁਰਗ ਜਾ ਕੇ, ਬੜੇ ਬੜੇ ਮਾਰੂਥਲਾਂ 'ਚ ਬੈਠੇ ਆ ਕੇ ਬਜ਼ੁਰਗ। ਸੱਚ ਜਾਣਨਾ, ਮੈਂ ਅੱਜ ਤੋਂ ਸਾਲ ਕੁ ਪਹਿਲਾਂ ਯੂਪੀ 'ਚ ਇੱਕ ਥਾਂ ਤੇ ਗਿਆ, ਜੰਗਲ 'ਚ ਸੀ ਘਰ। ਤੁਸੀਂ ਸੱਚ ਜਾਣੋ, ਉਹ ਘਰ ਅਮਰੀਕਾ ਦੀ ਕੋਠੀ ਤੋਂ ਵਧੀਆ, ਉਹਨਾਂ ਦੇ ਬਾਥਰੂਮ ਅਮਰੀਕਾ ਦੇ ਬਾਥਰੂਮਾਂ ਤੋਂ ਵਧੀਆ। ਜੰਗਲ 'ਚ ਘਰ, ਇਕੱਲੇ ਬੈਠੇ ਨੇ, ਜੰਗਲ 'ਚ ਘਰ ਹੈ। ਕਿਉਂਕਿ ਅਮਰੀਕਾ 'ਚ ਮੈਂ ਬਹੁਤ ਗਿਆ, ਵੱਡੇ ਵੱਡੇ ਘਰਾਂ 'ਚ ਗਿਆ, ਪਰ ਉਹਨਾਂ ਦੇ ਬਾਥਰੂਮ ਅਮਰੀਕਾ ਤੋਂ ਵਧੀਆ। ਉਹ ਕਹਿਣ ਲੱਗੇ ਜੀ ਅਸੀਂ ਇਕੱਲੇ ਆਏ, ਬਜ਼ੁਰਗ ਸਾਡੇ ਆਏ ਸੀ, ਜ਼ਮੀਨ ਪਿੱਛੇ ਠੇਕੇ ਤੇ ਦੇ ਆਏ। ਤਾਂ ਇੱਥੇ ਜਦੋਂ ਆਏ ਜੰਗਲ ਸੀ, ਡਾਕੂ ਆਉਂਦੇ ਸੀ, ਸ਼ੇਰ ਆਉਂਦੇ ਸੀ, ਬੜੇ ਡਰਦੇ ਸੀ। ਪਰ ਅਸੀਂ ਬੰਦੂਕ ਰੱਖੀ ਸੀ, ਸਾਡੇ ਮਾਂ ਪਿਓ ਨੇ, ਇਕੱਲੇ ਮਾਤਾ ਪਿਤਾ ਇਕੱਲੇ ਬੈਠੇ ਆ ਕੇ। ਪਹਿਲਾਂ ਡਰ ਗਏ, ਫਿਰ ਸੋਚਿਆ ਇਹ ਹੁਣ ਜਾਣਾ ਨਹੀਂ। ਮਿਹਨਤ ਕਰ ਕਰਕੇ ਉਹਨਾਂ ਨੇ ਬੇਅੰਤ ਜ਼ਮੀਨ ਬਣਾ ਲਈ। ਤੇ ਅੱਜ ਉੱਥੋਂ ਦੀ ਗੌਰਮੈਂਟ ਦੇ ਮਨ 'ਚੋਂ ਰੜਕਦੇ ਨੇ ਲੋਕ, ਇਹਨਾਂ ਜ਼ਮੀਨਾਂ ਕਿਵੇਂ ਬਣਾ ਲਈਆਂ, ਖੋਲੋ ਇਹਨਾਂ ਕੋਲ ਜ਼ਮੀਨਾਂ। ਅੱਜ ਗੌਰਮੈਂਟ ਉਹ ਕਾਨੂੰਨ ਬਣਾ ਰਹੀ ਕਿ ਇਹਨਾਂ ਲੋਕਾਂ ਕੋਲ ਜ਼ਮੀਨਾਂ ਹੀ ਖੋਲੋ, ਇਹਨਾਂ ਨੂੰ ਭਿਖਾਰੀ ਬਣਾ ਦਿਓ।
ਕਰਦੇ ਹੋਏ ਕਰਨਗੇ ਲੋਕ। ਇਹ ਅੱਗੇ 47 ਚ ਹੋਇਆ, ਸਿੱਖ ਫਿਰ ਰਾਜਾ ਬਣ ਗਿਆ। 84 ਚ ਇਹਨਾਂ ਨੇ ਕੀਤਾ, ਸਿੱਖ ਫਿਰ ਰਾਜਾ ਬਣ ਗਿਆ। ਹੋਰ ਵੀ ਕਰ ਲੋ, ਸਿੱਖ ਤੇ ਰਾਜਾ ਹੀ ਰਹਿਣਾ ਜਿੱਥੇ ਜਾਏਗਾ। ਸਿੱਖ ਅਮਰੀਕਾ ਚੱਲ ਜੇ, ਕੈਨੇਡਾ ਚੱਲ ਜੇ, ਅਰਜਨਟਾਈਨਾ ਚੱਲ ਜੇ, ਤੁਸੀਂ ਜਿੱਥੇ ਜਾਓਗੇ ਸਿੱਖ ਰਾਜਾ ਬਣ ਕੇ ਰਹਿ ਰਹੇ। ਸਿੱਖ ਨੂੰ ਤੇ ਇੱਕ ਇਵੇਂ ਕਹਿ ਲਓ, ਗੁਰੂ ਸਾਹਿਬ ਦਾ ਬਚਨ ਹੈ ਕਿ ਉਜੜਿਆ ਹੀ ਰਹਿ ਤੂੰ। ਜਿੱਥੇ ਜਾਏਗਾ ਇਹ ਤੇ ਉੱਥੇ ਆਬਾਦ ਕਰੇਗਾ ਇਲਾਕੇ ਨੂੰ। ਸਿੱਖ ਉਜੜਿਆਂ ਨੂੰ ਆਬਾਦ ਕਰਦਾ ਹੈ। ਸਿੱਖ ਨੂੰ ਜਿੰਨਾ ਮਰਜ਼ੀ ਜਾੜ ਦੋ, ਸਿੱਖ ਤੇ ਉਜੜਿਆਂ ਨੂੰ ਆਬਾਦ ਕਰਦਾ, ਕਿਉਂਕਿ ਗੁਰੂ ਨੇ ਇਹਨੂੰ ਇੱਕ ਦਾਤ ਦੇ ਦਿੱਤੀ ਹੈ। ਉਹ ਕਿਹੜੀ ਹੈ ਕਿ ਤੂੰ ਇਨਸਾਨ ਤਾਂ ਹੀ ਹੈ ਜੇ ਦੂਜਿਆਂ ਦੇ ਦੁੱਖਾਂ ਨੂੰ ਆਪਣਾ ਦੁੱਖ, ਜਿਉਂਦਾ ਹੀ ਤੂੰ ਤਾਂ ਹੈ, ਸਿੱਖ ਹੀ ਤੂੰ ਤਾਂ ਹੈ ਜਦੋਂ ਤੇਰੇ ਮਨ 'ਚ ਦੂਜਿਆਂ ਦੇ ਪ੍ਰਤੀ ਪਰਉਪਕਾਰ ਦੀ ਭਾਵਨਾ ਹੈ। ਜਦੋਂ ਸਿੱਖ ਦੇ ਮਨ 'ਚੋਂ ਇਹ ਭਾਵਨਾ ਖਤਮ ਹੋ ਗਈ, ਉਹ ਸਿੱਖ ਨਹੀਂ ਰਹਿ ਜਾਂਦਾ। ਗੁਰਬਾਣੀ ਕਹਿੰਦੀ ਜੇ ਤੁਸੀਂ ਜਿਉਣਾ ਚਾਹੁੰਦੇ ਫਿਰ ਸਾਚ ਪਦਾਰਥ ਗੁਰਮੁਖ ਲਹੋ, ਗੁਰੂ ਦੀ ਮੱਤ ਦੇ ਰਾਹੀਂ ਸਦਾ ਕਾਇਮ ਰਹਿਣ ਵਾਲਾ ਪਦਾਰਥ ਵਾਹਿਗੁਰੂ ਜੀ ਦਾ ਨਾਮ ਪਦਾਰਥ। ਪਦਾਰਥ ਮੈਨ ਵਸਤੂ, ਬਾਕੀ ਵਸਤੂਆਂ ਤੇ ਨਾਸਵੰਤ ਨੇ। ਬਾਕੀ ਵਸਤੂਆਂ ਸਰੀਰ ਦੇ ਨਾਲ, ਸਰੀਰ ਵੀ ਨਾਸਵੰਤ ਹੈ, ਸਰੀਰ ਦੇ ਕੰਮ ਆਉਣ ਵਾਲੀ ਹਰ ਚੀਜ਼ ਨਾਸਵੰਤ ਹੈ। ਆਤਮਾ ਸਦਾ ਕਾਇਮ ਰਹਿਣ ਵਾਲੀ ਹੈ, ਤੇ ਆਤਮਾ ਦੇ ਕੰਮ ਆਉਣ ਵਾਲਾ ਜਿਹੜਾ ਪਦਾਰਥ ਉਹ ਹੈ ਸਦਾ ਕਾਇਮ ਰਹਿਣ ਵਾਲਾ ਵਾਹਿਗੁਰੂ ਜੀ ਦਾ ਨਾਮ, ਪਰਮਾਤਮਾ ਦਾ ਸਿਮਰਨ। ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰ ਲਓ। ਪ੍ਰਭ ਕਾ ਭਾਣਾ ਸਤ ਕਰ ਸਹੋ, ਤੇ ਵਾਹਿਗੁਰੂ ਜੀ ਦਾ ਜਿਹੜਾ ਭਾਣਾ ਇਹਨਾਂ ਨੂੰ ਐਨ ਖਿੜੇ ਮੱਥੇ ਪ੍ਰਵਾਨ ਕਰ ਲਓ। ਜ਼ਿੰਦਗੀ 'ਚ ਦੁੱਖ ਕੀ ਹੈ? ਦੁੱਖ ਦੀ ਜੇ ਪਰਿਭਾਸ਼ਾ ਕਰਨੀ ਹੋਏ ਨਾ, ਦੁੱਖ ਕੀ ਹੈ? ਜੋ ਮੈਂ ਚਾਹੁੰਦਾ ਹਾਂ, ਜਿੰਨਾ ਮੈਂ ਚਾਹੁੰਦਾ ਹਾਂ, ਜਦੋਂ ਮੈਂ ਚਾਹੁੰਦਾ ਹਾਂ, ਨਹੀਂ ਮਿਲਿਆ ਤੇ ਮੈਂ ਦੁਖੀ ਹੋ ਗਿਆ। ਬੜੀ ਮਿਹਨਤ ਕੀਤੀ ਸੀ, ਇੰਨੇ ਪੈਸੇ ਬਣਨੇ ਚਾਹੀਦੇ ਸੀ, ਦੁਖੀ ਹੋ ਗਏ। ਬੜੇ ਚਿਰ ਦੇ ਟੱਕਰਾਂ ਮਾਰੇ, ਇਹ ਚੀਜ਼ ਪਹਿਲਾਂ ਮਿਲਣੀ ਚਾਹੀਦੀ ਸੀ, ਮਿਲ ਗਈ ਲੇਕਿਨ ਫਿਰ ਵੀ ਆਪਾਂ ਦੁਖੀ। ਸਤਿਗੁਰੂ ਜੀ ਨੇ ਜਿਹੜੀ ਕਹੀ ਨਾ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। ਜੋ ਕੁਝ ਰੱਬ ਨੇ ਦਿੱਤਾ ਹੈ ਉਹਨੂੰ ਆਪਾਂ ਦੇਖ ਕੇ ਪ੍ਰਸੰਨ ਨਹੀਂ ਹੁੰਦੇ, ਜੋ ਨਹੀਂ ਉਹਨੂੰ ਦੇਖ ਕੇ ਆਪਾਂ ਦੁਖੀ ਹਾਂ। ਦੁੱਖ ਦਾ ਕਾਰਨ ਜੋ ਨਹੀਂ ਹੈ ਉਹੀ ਹੈ। ਤੇ ਜੇ ਆਪਾਂ ਇਹ ਸੋਚ ਲਈਏ ਕਿ ਜੋ ਵਾਹਿਗੁਰੂ ਜੀ ਨੇ ਦਿੱਤਾ ਉਹਦਾ ਕੋਟਾਨ ਕੋਟ ਸ਼ੁਕਰ ਹੈ, ਵੈਸੇ ਜੋ ਕੁਝ ਮਨੁੱਖ ਦੇ ਕੋਲ ਹੈ ਉਹ ਅਨੰਤ ਹੈ, ਉਹ ਬੇਅੰਤ ਹੈ, ਉਹ ਅਨਵੈਲਿਊਏਬਲ ਹੈ, ਉਹ ਇਵੇਂ ਕਹਿ ਲਓ ਬੇਸ਼ੁਮਾਰ ਅਮੋਲਕ ਹੈ ਜੋ ਕੁਝ ਮਨੁੱਖ ਦੇ ਕੋਲ ਹੈ। ਤੇ ਜੋ ਕੁਝ ਮਨੁੱਖ ਚਾਹੁੰਦਾ ਉਹਦੀ ਕੋਈ ਖਾਸ ਕੀਮਤ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਕੁਝ ਮਨੁੱਖ ਚਾਹੁੰਦਾ ਹੈ ਉਹਦੀ ਕੋਈ ਖਾਸ ਕੀਮਤ ਨਹੀਂ ਹੈ। ਜਿਹਦੇ ਬਦਲੇ ਦੁਖੀ ਹੈ, ਕਿਹਦੇ ਬਦਲੇ ਦੁਖੀ ਕਿ ਮੈਨੂੰ ਰੁਤਬਾ ਮਿਲਣਾ ਚਾਹੀਦਾ, ਇਹ ਕੀਮਤ ਕੀ ਹੈ? ਅਸੀਂ ਸੋਚਦੇ ਕਿ ਇੰਨਾ ਜ਼ਿਆਦਾ ਧਨ ਹੋਣਾ ਚਾਹੀਦਾ, ਇਹਦੀ ਕੀ ਕੀਮਤ ਹੈ? ਕੀਮਤ ਹੈ ਤੰਦਰੁਸਤੀ ਦੀ। ਤੁਸੀਂ ਇਹਦਾ ਕੋਈ ਮੁੱਲ ਪਾ ਸਕਦੇ ਹੋ? ਤੁਸੀਂ ਕੀਮਤ ਹੈ ਜ਼ਿੰਦਗੀ ਦੀ, ਇਹਦਾ ਤੁਸੀਂ ਮੁੱਲ ਪਾ ਸਕਦੇ ਹੋ? ਵਾਹਿਗੁਰੂ ਜੀ ਨੇ ਸਾਨੂੰ ਧੀਆਂ ਪੁੱਤਰ ਦਿੱਤੇ, ਪਰਿਵਾਰ ਦਿੱਤੇ ਦਾ ਤੁਸੀਂ ਮੁੱਲ ਪਾ ਸਕਦੇ? ਜੇ ਤੁਸੀਂ ਜ਼ਿੰਦਗੀ 'ਚ ਪ੍ਰਸੰਨ ਹੋਣਾ ਹੈ ਤੇ ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਉਹਨੂੰ ਤੁਸੀਂ ਗਿਣਨਾ ਸ਼ੁਰੂ ਕਰ ਦਿਓ। ਤੁਹਾਡੇ ਅੰਦਰ ਨਾ ਇਵੇਂ ਕਹ ਲਓ ਖੁਸ਼ੀਆਂ ਦੇ ਦਰਿਆ ਹੀ ਚੱਲਣੇ ਸ਼ੁਰੂ ਹੋ ਜਾਣਗੇ। ਪਰ ਮਨੁੱਖ ਦਾ ਇੱਕ ਸੁਭਾਅ ਹੈ, ਉਹਨੇ ਦੁੱਖਾਂ ਨੂੰ ਜੱਫਾ ਮਾਰਿਆ। ਕਿਸੇ ਮਨੁੱਖ ਦੇ ਕੋਲ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ, ਆਲੇ ਦੁਆਲੇ ਸਾਡੇ ਰਹਿੰਦੇ ਨੇ, ਮੇਰੇ ਵੀ ਰਹਿੰਦੇ ਨੇ, ਬੜਾ ਸਮਝਾ ਲਓ, ਉਹ ਕਹਿਣਗੇ ਇਹ ਤਾਂ ਠੀਕ ਆ ਜੀ ਪਰ ਇਦਾਂ ਹੋਣਾ ਚਾਹੀਦਾ ਸੀ। ਇੱਥੋਂ ਸ਼ੁਰੂ ਕਰਨਗੇ, ਇਹ ਬਿਲਕੁਲ ਠੀਕ ਤੁਸੀਂ ਕਹਿੰਦੇ ਪਰ ਇਹ ਇਦਾਂ। ਉਹ ਆਪਣੇ ਪਰ ਵਾਲੀ ਗੱਲ ਨੂੰ ਛੱਡਣ ਲਈ ਤਿਆਰ ਨਹੀਂ ਹੈ, ਕਿਉਂਕਿ ਮਨੁੱਖ ਨੇ ਦੁੱਖਾਂ ਨੂੰ ਜੱਫਾ ਮਾਰਿਆ ਹੋਇਆ, ਦੁੱਖਾਂ ਨੂੰ ਛੱਡਣ ਲਈ ਤਿਆਰ ਨਹੀਂ। ਦੁੱਖ ਮਨੁੱਖ ਨੂੰ ਨਹੀਂ ਚੰਬੜੇ ਹੋਏ, ਮਾਫ ਕਰਨਾ, ਦੁੱਖ ਮਨੁੱਖ ਨੂੰ ਨਹੀਂ ਚੰਬੜੇ, ਮਨੁੱਖ ਨੇ ਦੁੱਖਾਂ ਨੂੰ ਜੱਫਾ ਮਾਰਿਆ। ਮਨੁੱਖ ਛੱਡਣਾ ਹੀ ਨਹੀਂ ਚਾਹੁੰਦਾ। ਔਰ ਮਨੁੱਖ ਹੋਰ ਕੁਝ ਨਾ ਕਰੇ, ਕਹਿੰਦਾ ਚਲੋ ਥੋੜਾ ਜਿਹਾ ਦੁਖੀ ਹੋ ਲਓ, ਹੋਰ ਕੁਝ ਨਹੀਂ। ਵਿਹਲਾ ਬੰਦਾ ਕਹਿੰਦਾ ਥੋੜਾ ਜਿਹਾ ਦੁਖੀ ਹੋ ਲਓ, ਵਿਹਲਾ ਬੰਦਾ ਕਹਿੰਦਾ ਥੋੜੀ ਜਿਹੀ ਚਿੰਤਾ ਕਰ ਲਓ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਸਦਾ ਆਨੰਦ ਚ ਰਹਿਣਾ ਨਾ, ਫਿਰ ਪ੍ਰਭ ਕਾ ਭਾਣਾ ਸਤ ਕਰ ਸਹੋ। ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਉਹਨੂੰ ਖਿਹੜੇ ਮੱਥੇ ਪ੍ਰਵਾਨ ਕਰ ਲਓ। ਵਾਹਿਗੁਰੂ ਜੀ ਨੇ ਜੋ ਤੁਹਾਡੀ ਲੋੜ ਹੈ ਉਹ ਦਿੱਤੀ ਹੋਈ ਹੈ। ਤੁਹਾਨੂੰ ਕੀ ਚਾਹੀਦਾ ਹੈ, ਕਦੋਂ ਚਾਹੀਦਾ ਹੈ, ਕਿੰਨਾ ਚਾਹੀਦਾ ਹੈ, ਵਾਹਿਗੁਰੂ ਜੀ ਨੂੰ ਪਤਾ ਹੈ। ਵਾਹਿਗੁਰੂ ਤੁਹਾਨੂੰ ਕਦੀ ਭੁੱਖਿਆ ਨਹੀਂ ਮਰਨ ਦੇਵੇਗਾ। ਅੱਜ ਤੱਕ ਕੋਈ ਬੰਦਾ, ਕੋਈ ਪਸ਼ੂ ਭੁੱਖਾ ਮਰਿਆ? ਪਸ਼ੂਆਂ ਦੀਆਂ ਤੇ ਕੋਈ ਮਾਰਕੀਟਾਂ ਨਹੀਂ ਲੱਗਦੀਆਂ, ਕੋਈ ਦੁਕਾਨਾਂ, ਉਹਨਾਂ ਨੇ ਕੋਈ MBBA ਨਹੀਂ ਕੀਤੀ ਹੋਈ ਕਿ ਬੜਾ ਤਗੜਾ ਬਿਜ਼ਨਸ ਕਰਦੇ ਹੋਣਗੇ। ਕਿੰਨੀ ਪਿਆਰੀ ਗੱਲ ਸਤਿਗੁਰੂ ਜੀ ਨੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਚਿਤਿ ਹੈ ਜਲ ਮੈਂ ਜੰਤ ਉਪਾਇਨ ਤਿਨਾ ਪੀਰੋ ਜੀ ਦੇ। ਉੱਥੇ ਹਟ ਨਾ ਚੱਲੇ, ਉੱਥੇ ਕੋਈ ਦੁਕਾਨਾਂ ਨਹੀਂ ਚੱਲਦੀਆਂ, ਉੱਥੇ ਕੋਈ ਬਾਜ਼ਾਰ ਨਹੀਂ ਲੱਗਦੇ, ਉੱਥੇ ਕੋਈ ਖੇਤੀ ਨਹੀਂ ਕਰਦਾ। ਰੋਟੀ ਤੇ ਉਹਨਾਂ ਨੂੰ ਵੀ ਮਿਲਦੀ ਹੈ, ਰੋਟੀ ਤੇ ਪਸ਼ੂਆਂ ਨੂੰ ਵੀ ਮਿਲਦੀ, ਰੋਟੀ ਤਾਂ ਪੱਥਰਾਂ 'ਚ ਵੀ ਮਿਲਦੀ। ਬੰਦੇ ਨੂੰ ਰੋਟੀ ਕਿਉਂ ਨਹੀਂ ਮਿਲੇਗੀ? ਬੰਦਾ ਤੇ ਵਧੀਆ ਰੋਟੀ ਖਾਂਦਾ। ਲੇਕਿਨ ਸਭ ਤੋਂ ਜ਼ਿਆਦਾ ਚਿੰਤਾ ਹੀ ਬੰਦੇ ਨੂੰ ਹੈ। ਸਭ ਤੋਂ ਜ਼ਿਆਦਾ ਚਿੰਤਾ ਕਰਕੇ ਰੋਗ ਹੀ ਬੰਦੇ ਦੇ ਮਨ ਵਿੱਚ ਨੇ, ਕਿਉਂਕਿ ਮਨੁੱਖ ਦੇ ਅੰਦਰ ਇੱਕ ਸੋਚ ਭਰ ਦਿੱਤੀ ਗਈ ਕਿ ਪੈਸਾ ਹੀ ਜ਼ਿੰਦਗੀ ਹੈ, ਪੈਸੇ ਤੋਂ ਬਿਨਾਂ ਤੇ ਜ਼ਿੰਦਗੀ ਹੋ ਹੀ ਨਹੀਂ ਸਕਣੀ। ਮਨੁੱਖ ਦੇ ਅੰਦਰ ਸੋਚ ਭਰ ਦਿੱਤੀ ਕਿ ਆ ਜਿਹੜਾ ਸਰੀਰ ਤੁਰਦਾ ਫਿਰਦਾ ਇਹੀ ਜ਼ਿੰਦਗੀ ਹੈ,
इदों बाद तो जिंदगी है ही कोई नहीं। ये मनुख की जिंदगी नहीं है। साडा जीवन तो बहुत लम्मा है। साडी जिंदगी कोई ऐस जन्म नाल शुरू नहीं हुई तो ये शरीर मुक जे जान दे नाल मुक नहीं जानी। ये तो एक सुपना है। सुपना सुपना नहीं आउंदा रात नूं। सुपने च असीं राजे बन जाते हैं, सुपने च असीं कई कुछ बन जाते हैं। वो सुपना जिंदगी नहीं है, वो तो सुत्तियां पिया दा सुपना है। एक सुत्ते पिया दा सुपना है, एक हुण जागदियां दा साडा जग जीवन ऐसा सुपने जैसा, ज्यों सुपना रपेखना। एक सुपना है। असीं मानसिक तौर पर सुते हुए हैं, मन करके सुते हुए हैं। गुरबाणी कहती जाग लेहो रे मन्ना जाग लेहो कहाँ गाफल सोया। असीं सुते हुए हैं। जो असीं जाग पे सानू पता लगेगा कि अज तक तो कोई भी नाल नहीं लै गया, शरीर भी नाल नहीं जाना, जिस काम लिए आए उधर तो आप जुड़े नहीं। इस करके सतगुरु जी की बाणी सानू जगाउंदी है। पर धर्म की दुनिया च बहुते लोग तुहानू नींद दीयां गोलियां दिंदे, सुते रहो तुसीं। वो यही है, इन्ने दिन आ पाठ कर लो, कुछ मिल जाएगा, सुते रहो तुसीं। पाठ के नां ते मंगता बन गया बंदा। इन्ने दिन फलाने था नंगे पैरी चल जाओ, आ चीज़ मिल जाएगी। मंगतियां बना दिता धर्म की दुनिया च बंदे नूं। बंदा मंगता नहीं है, बंदा दाता है, रब का रूप है। असीं राम की अंश। सानू की शरीर नूं कष्ट दे के किते मंगण की लोड़ है। परमात्मा दे प्यार जुड़िए, जिन्हें सब कुछ दिता है, जिन्हें जिंदगी दी है, जिन्हें सानू तंदुरुस्ती दी, सानू रोटी नहीं देवेगा। जो चाहिए वो पासों मंगीए। पहली गल मंगण की लोड़ नहीं, उन्हें बिना मंगण तो ही साडे भंडार भरे ने। साडे अंदर झात मार के देखे हीरे रतन जवाहर माणक भरे पे ने। हुण असीं अपने अंदरले हीरे रतन जवाहरां माणकां नूं छड्ड के ते बाहर एवें कोयले इकट्ठे करी चले जाने। बाबा फरीद साहब जी ने कहा सी कंध कुहाड़ा सिर घड़ा वन के सर लोहार, हाँ लोड़ी सो अपना तू लोड़िया गया। साडी हालत उस लकड़हारे वर्गी है जिहड़ा घरों तुरदा सिर ते एक पानी दा कड़ा रख के मोढे ते कुहाड़ा रख के जंगल जांदा, लकड़ां वड्डी जांदा, कोले बनाई जांदा, बस जंगल जाके कोले बनाउंदा। साडी भी जिंदगी यही कोले ही बना रहे, सिर्फ होर कुछ नहीं है। सिर्फ वह काम असीं करदे जिहदे नाल सानू ना एवें दाग ही लगण, मुकाल खट खट के जाने आप। इस करके सतगुरु साहब जी कहते ने जिंदगी मननी है तो गुरु दे राही परमात्मा के प्यार च जुड़ना सीख लो। सतगुरु जी ने जिंदगी नूं मानण दा संदेश दिता, किरत करो नाम जपो वंड के छको जे जिंदगी का आनंद लेना। तो साहब जी कहते ने हर रोज परमात्मा के प्यार च रह के प्रभ का भाना सत कर सहो, वाहिगुरु जी के भाणे नूं खिड़े मत्थे प्रवान कर लो। जदों असीं कहने आ ना इन्हें पाठ करांगे वाहिगुरु जी ये दे दिओ, दा मतलब जो रब ने दिता उहदे ते सानू यकीन नहीं है। इहदा मतलब कि रब नूं साडा फिक्र नहीं है, रब सानू देवेगा नहीं। यही मतलब है ना कि रब सानू देवेगा नहीं जे असीं ना मंगिया। चलो आपां मंग लीए तो मिल जाएगा, नहीं मंगणगे तो नहीं मिलेगा। यही है ना। इहदा मतलब कि रब जिहड़ा वो बड़ा गैर जिम्मेवार है, जिन्हें सानू पैदा किया तो उन्हें सानू देना कुछ नहीं। गुरबाणी कहती की मंगना तुसीं। भट्टा ने एक बड़ी सोहनी गल कही, चित चितवों अरदास करो पर कह पी न सको। मेरा चित किया कि अरदास करा गुरु को जाके मंगा कुछ, पर मैं मंग ना सकिया। सर्ब चिंत तुद पास साध संगत हों तको। मैं तो संगत च आके देखिया तुहानूं ते सारियां दी पहलां ही बड़ी चिंता है। रब नूं तुहाडी बहुती चिंता है, जिन्हें पैदा किया। नानक चिंता मत करो चिंता तिसी। रब नूं तुहाडी चिंता है, तुहानूं चिंता करन दी लोड़ नहीं, तुहानूं चिंतन करन दी लोड़ है, रब नूं चेते करन दी लोड़ है। बंदा दरअसल ना रब वाली ड्यूटी अपने हाथ च लै लैंदा है। बंदे दे दुखां दा कारण की है? जो नहीं कर सकता ना वो ड्यूटी अपने हाथ च लैंदा है। जो नहीं कर सकता बंदा रब नहीं, रब वाला काम नहीं कर सकता। हाँ कर सकता है जे रब दे प्यार जोड़ी रब बन सकता है, पर बंदा रब वर्गा नहीं बनना चाहता है, वो ड्यूटी रब वाली करना चाहता है। यही कारण समाजिक तौर पर डिगण का, राजनीतिक तौर पर डिगण का, जेडे लोग वड्डे वड्डे अहुदियां ते बैठ के अहुदियां वर्गे बनना नहीं चाहते। देखो ना अहुदे चंगे ने, सत्कारयोग ने। जो अहुदे की रिस्पोंसिबिलिटी है, जिम्मेवारी, बंदा वो जिम्मेवार नहीं बनना चाहता। कहता वोटां खरीद के लोगों को नशे पिया के लै लो, 5 साल मौजां लुट लो, ओहो जे नहीं बनना। आपां ते वोटां ही लैणियां झूठ बोल के। दुखों का कारण इत्थों शुरू होंदा है, समाज के डिगण का कारण इत्थों शुरू होंदा है। मनुख जिहड़ा है ना, ਇਹਦੀ ड्यूटी सी चिंतन करना, ਇਹਦੀ ड्यूटी सी किरत करना, ਇਹਦੀ ड्यूटी सी समाजिक तौर पर उसारी करना। पर मनुख ने चिंता करनी शुरू करती कि रोटी कित्थों खावांगे, दुनिया किवें बचेगी, मेरे तो बिना तो मुल्क ही नहीं चलना, मैं ही मुल्क नूं चलाउण वाला, मैं ये कर लवांगा। इत्थों दुखों की गल शुरू हो गई। बंदा रब बन गया।
ਰੋਟੀ ਦੀ ਚਿੰਤਾ ਕਰਨਾ ਰੱਬ ਦੀ ਡਿਊਟੀ ਹੈ, ਚਿੰਤਨ ਕਰਨਾ ਸਾਡੀ ਡਿਊਟੀ ਹੈ, ਕਿਰਤ ਕਰਨਾ ਸਾਡੀ ਡਿਊਟੀ ਹੈ। ਅਸੀਂ ਐਵੇਂ ਚਿੰਤਾ ਕਰ ਕਰਕੇ ਸਰੀਰ ਨੂੰ ਰੋਗਾਂ 'ਚ ਪਾਇਆ ਪਿਆ। ਚਿੰਤਾ ਕਰਨ ਦੇ ਨਾਲ ਕੋਈ ਮਸਲਾ ਤਾਂ ਨਹੀਂ ਹੱਲ ਹੁੰਦਾ। ਚਿੰਤਾ ਤੇ ਇੱਕ ਅੱਗ ਹੈ, ਜਿਸ ਘਰ ਵਿੱਚ ਅੱਗ ਬਲੇਗੀ ਉੱਥੇ ਸੇਕ ਤਾਂ ਆਉਣਾ ਹੀ ਆਉਣਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਭ ਕਾ ਭਾਣਾ ਸਤ ਕਰ ਸੋ, ਵਾਹਿਗੁਰੂ ਜੀ ਦੀ ਰਜ਼ਾ ਨੂੰ ਖੇੜੇ ਮੱਥੇ ਪ੍ਰਵਾਨ ਕਰਿਆ ਕਰੋ। ਮਿਹਨਤ ਕਰੋ, ਮਿਹਨਤ ਕਰਦੇ ਆ ਇਮਾਨਦਾਰੀ ਨਾਲ ਜੋ ਕੁਝ ਆ ਗਿਆ ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਸਿੱਖੋ, ਉਹਦੇ ਵਿੱਚ ਤੁਹਾਨੂੰ ਬਰਕਤਾਂ ਪੈਣਗੀਆਂ। ਕਈ ਵਾਰੀ ਬਹੁਤ ਪੈਸਾ ਆ ਜਾਂਦਾ ਹੈ, ਦੇਖੋ ਬਹੁਤ ਪੈਸਾ ਆ ਜਾਂਦਾ ਹੈ, ਲੇਕਿਨ ਜਿੰਨਾ ਬਹੁਤਾ ਪੈਸਾ ਹੁੰਦਾ ਉਹਨਾਂ ਅਸੀਂ ਵੱਡੇ ਵੱਡੇ ਡਾਕਟਰਾਂ ਨੂੰ ਵੱਡੀਆਂ ਵੱਡੀਆਂ ਫੀਸਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਾਂ। ਜਿੰਨਾ ਬਹੁਤਾ ਪੈਸਾ ਹੁੰਦਾ ਉਹਨਾਂ ਅਸੀਂ ਉਹਨੂੰ ਨਜਾਇਜ਼ ਖਰਚਣਾ ਸ਼ੁਰੂ ਕਰ ਦਿੰਦੇ, ਐਸੋ ਇਸਰਤ ਕਰਨਾ ਸ਼ੁਰੂ ਕਰ ਦਿੰਦੇ। ਉਹਨੇ ਸਾਡੀ ਜ਼ਿੰਦਗੀ 'ਚ ਰੋਗ ਚਿੰਤਾਵਾਂ, ਉਹਨੀਆਂ ਸਾਡੀ ਜ਼ਿੰਦਗੀ 'ਚ ਬਿਪਤਾਵਾਂ ਬਹੁਤੀਆਂ ਆਉਂਦੀਆਂ ਜਾਂਦੀਆਂ ਨੇ। ਪੈਸਾ ਹੋਣਾ ਚਾਹੀਦਾ, ਪਰ ਪੈਸਾ ਉਹਨਾਂ ਕੋ ਹੋਣਾ ਚਾਹੀਦਾ ਜਿਹੜਾ ਸਾਡੀ ਜ਼ਿੰਦਗੀ 'ਚ ਕਿਸੇ ਦੀ ਮੁਤਾਜ਼ਗੀ ਨਾ ਹੋਵੇ। ਪੈਸਾ ਹੋਣਾ ਚਾਹੀਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿਰਤ ਕਰੋ, ਕਿਰਤ ਕਰਦਿਆਂ ਜੋ ਕੁਝ ਆਏ ਪ੍ਰਭ ਕਾ ਭਾਣਾ ਸਤ ਕਰ ਸੋ, ਵਾਹਿਗੁਰੂ ਜੀ ਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰੋ। ਜੋ ਪ੍ਰਮਾਤਮਾ ਦਿੰਦਾ ਜਿੱਥੇ ਰੱਖਦਾ ਵਾਹਿਗੁਰੂ ਜੀ ਦੇ ਭਾਣੇ ਨੂੰ ਸਤ ਕਰਕੇ ਸਮਝ ਲਓ। ਫਿਰ ਜੀਵਤ 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 ਰਹੋ, ਰਾਮ ਰਸਾਇਣ ਨਿਤ ਉਠ ਪੀਓ, ਹਰ 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 ਰਸਨਾ ਕਹੋ। ਭਾਈ ਤੁਸੀਂ ਸਦਾ ਹੀ ਜਿਉਂਦੇ ਰਹੋ, ਆਤਮਕ ਆਨੰਦ ਮਾਣੋ। ਜੇ ਤੁਸੀਂ ਸਦਾ ਜਿਉਂਦੇ ਰਹਿਣਾ ਚਾਹੁੰਦੇ, ਹਰ ਰੋਜ਼ ਉੱਠ ਕੇ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰੇ। ਕੋਈ ਰਸਾਇਣ ਹੈ, ਰਸਾਂ ਦਾ ਘਰ ਹੈ। ਹਰ ਰੋਜ਼ ਪ੍ਰਮਾਤਮਾ ਦੇ ਨਾਮ ਨੂੰ ਰਸਨਾ ਤੋਂ ਚੇਤੇ ਕਰਿਆ ਕਰੋ। ਰਹਾਓ ਕਲ ਯੁਗ ਮੈਂ ਇੱਕ ਨਾਮ ਉਧਾਰ, ਕਲ ਯੁਗ ਆਖੋ ਜੇ ਇੱਕ ਧਾਰਨਾ ਬਣੀ ਜੀ, ਕੋਈ ਖਤੀ ਸਤਯੁਗ ਹੁੰਦਾ ਸੀ, ਕਦੀ ਤ੍ਰੇਤਾ ਹੁੰਦਾ ਸੀ, ਕਦੀ ਦੁਆਪਰ ਹੁੰਦਾ ਸੀ, ਕਦੀ ਕਲਯੁਗ ਹੁੰਦਾ ਸੀ। ਜਿਵੇਂ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਦਿਨ ਨਹੀਂ ਆਪਾਂ ਬਣਾਏ ਇਸ ਸਮੇਂ ਨੂੰ ਜਾਣਨ ਲਈ। ਫਿਰ ਮਹੀਨੇ ਬਣਾਏ, ਜਨਵਰੀ, ਫਰਵਰੀ ਜਾਂ ਚੇਤ, ਵਿਸਾਖ, ਇਹ ਮਹੀਨੇ ਬਣਾਏ ਹੋਏ ਨੇ ਸਮੇਂ ਨੂੰ ਜਾਣਨ ਲਈ। ਜਿਵੇਂ ਦਿਨ ਨੇ, ਸਮੇਂ ਦੀ ਗਤੀ ਨੂੰ ਦੇਖਣ ਲਈ ਜਿਵੇਂ ਮਹੀਨੇ ਨੇ, ਜਿਵੇਂ ਸਾਲ ਨੇ, ਇਵੇਂ ਯੁੱਗਾਂ ਦੀ ਗਿਣਤੀ ਬਣਾਈ ਹੈ ਬਜ਼ੁਰਗਾਂ ਨੇ, ਰਿਸ਼ੀਆਂ ਮੁਨੀਆਂ ਨੇ। ਹੁਣ ਸੋਮਵਾਰ ਵੀ ਤੇ ਉਹੀ ਰੱਬ ਹੁੰਦਾ ਹੈ, ਉਹੀ ਸੂਰਜ ਹੁੰਦਾ, ਤੇ ਮੰਗਲਵਾਰ ਹੀ ਉਹੀ। ਕੋਈ ਮੰਗਲਵਾਰ ਨੂੰ ਕੋਈ ਵੱਖਰਾ ਸੂਰਜ ਤਾਂ ਨਹੀਂ ਹੈ, ਵੱਖਰੀ ਧਰਤੀ ਤਾਂ ਨਹੀਂ ਹੈ, ਜਾਂ ਸ਼ਨੀਚਰਵਾਰ ਨੂੰ ਕੋਈ ਵੱਖਰੀ ਧਰਤੀ ਜਾਂ ਵੱਖਰਾ ਰੱਬ ਤਾਂ ਨਹੀਂ, ਵੱਖਰੀ ਬਾਤ ਨਹੀਂ ਹੈ। ਜਨਵਰੀ 'ਚ ਵੀ ਉਹੀ ਧਰਤੀ ਸੀ, ਫਰਵਰੀ 'ਚ ਵੀ ਹੈ, ਹੁਣ ਵੀ ਉਹੀ ਧਰਤੀ ਹੈ, ਇਹੀ ਰਹਿਣੀ ਹੈ। ਪਿਛਲੇ ਸਾਲ ਵੀ ਇਹੀ ਸੀ। ਸੋਈ ਚੰਦ ਚੜ੍ਹੇ ਸੇ ਤਾਰੈ, ਸੋਈ ਦਿਨੀਅਰ ਤਪਤ ਰਹਿ। ਜਿਹਨੂੰ ਆਪਾਂ ਸਤਯੁਗ ਗਿਣਿਆ ਉਦੋਂ ਵੀ ਤੇ ਇਹੀ ਸੂਰਜ ਚੜ੍ਹਦਾ ਸੀ, ਉਦੋਂ ਵੀ ਤੇ ਇਹੀ ਧਰਤੀ ਸੀ, ਹੁਣ ਵੀ ਇਹੀ ਸੂਰਜ ਹੈ। ਹੁਣ ਤੇ ਉਹ 'ਚ ਕੀ ਫਰਕ ਹੈ? ਜਿਹਨੂੰ ਕਲਯੁਗ ਕਹਿੰਦੇ ਆ ਉਹਦੇ 'ਚ ਵੀ ਤੇ ਉਹੀ ਸੂਰਜ ਹੈ। ਸਤਯੁਗ ਦਾ ਕਲਯੁਗ ਸਮੇਂ ਦੇ ਬਦਲਣ ਨਾਲ ਨਹੀਂ ਹੈ। ਸਤਯੁਗ ਕਲਯੁਗ ਮਨੁੱਖ ਦੇ ਸੁਭਾਅ ਦੇ ਬਦਲਣ ਦੇ ਨਾਲ। ਮਨੁੱਖ ਦੇ ਸੁਭਾਅ 'ਚ ਅਹੰਕਾਰ ਹੈ, ਵਿਕਾਰ ਹੈ, ਤੇ ਉਹ ਕਿਸੇ ਵੀ ਸਮੇਂ 'ਚ ਹੋਏ ਉਹ ਕਲਯੁਗ ਹੀ ਹੈ। ਜਿਹਨੂੰ ਸਤਯੁਗ ਕਹਿੰਦੇ ਨੇ ਉਦੋਂ ਤੇ ਬੜੇ ਬੜੇ ਵਿਕਾਰੀ ਤੇ ਬੜੇ ਬੜੇ ਦੁਸ਼ਟ ਲੋਕ ਹੋਏ ਨੇ। ਪ੍ਰਹਿਲਾਦ ਕਿਹੜੇ ਯੁੱਗ 'ਚ ਹੋਇਆ? ਹਰਣਾਕਸ਼ ਵੀ ਤੇ ਉਦੋਂ ਹੋਇਆ, ਉਹਨੂੰ ਤੁਸੀਂ ਸਤਯੁਗ ਹੀ ਕਹੋਗੇ। ਆ ਇੱਕ ਸਵਰਗਾਂ ਦਾ ਰਾਜਾ ਇੰਦਰ ਦੀ ਗਿਣਤੀ ਕਰਦੇ, ਇਹਨੂੰ ਤੁਸੀਂ ਸਤਯੁਗ ਹੀ ਕਹੋਗੇ? ਉਦੋਂ ਵੱਡਾ ਤਾਂ ਵਿਵਚਾਰੀ ਬੰਦਾ ਹੀ ਕੋਈ ਨਹੀਂ ਹੈ। ਗੌਤਮ ਤਪਾ ਅਹਿਲਿਆ ਇਸਤਰੀ ਤੇ ਦੇਖ ਇੰਦਰ ਲੁਭਾਇਆ, ਇਹਨੂੰ ਤੁਸੀਂ ਰਿਖੀ ਕਹੋਗੇ ਜਾਂ ਇਹਨੂੰ ਦੇਵਤਾ ਕਹੋਗੇ? ਉਦੋਂ ਵੱਡਾ ਦੈਂਤ ਕੀ ਹੋ ਸਕਦਾ? ਇਹੀ ਕਾਰਨ ਹਿੰਦੁਸਤਾਨ ਦੀ ਧਰਤੀ ਤੇ ਅਜਿਹੀਆਂ ਚੀਜ਼ਾਂ ਦੇ ਪ੍ਰਚਾਰ ਦਾ ਕਿ ਉਹਨਾਂ ਦੇਵਤਿਆਂ ਨੂੰ ਲੋਕ ਪੂਜਦੇ ਜਿਹੜੇ ਵਿਵਚਾਰੀ ਨੇ। ਉਹਨਾਂ ਦੇਵਤਿਆਂ ਦੀ ਪੂਜਾ ਜਿਹੜੇ ਵਿਵਚਾਰੀ ਨੇ, ਜਿਹੜੇ ਇਸਤਰੀਆਂ ਤੇ ਜਾਂ ਲੋਕਾਂ ਤੇ ਜ਼ੁਲਮ ਕਰਦੇ ਨੇ, ਉਹਨਾਂ ਨੂੰ ਲੋਕੀ ਮੱਥੇ ਟੇਕਦੇ ਨੇ। ਤੇ ਇੱਥੇ ਇਹੀ ਕੁਝ ਪ੍ਰਫੁੱਲਤ ਹੋਣਾ ਹੈ। ਇੱਥੇ ਕਿਹੜਾ ਫਿਰ ਸਤ ਧਰਮ ਪ੍ਰਚਲਿਤ ਹੋਣਾ ਹੈ? ਸਤਿਗੁਰੂ ਜੀ ਕਹਿੰਦੇ ਕਲਯੁਗ ਤੁਹਾਡੇ ਸੁਭਾਅ ਦੇ ਅੰਦਰ ਹੈ। ਬਾਕੀ ਜਿੱਥੇ ਇਸ ਕਲਯੁਗ ਦੀ ਗੱਲ ਹੈ ਉਹ ਸਮੇਂ ਵਾਲੇ ਕਲਯੁਗ ਦੀ ਗੱਲ ਨਹੀਂ ਹੈ। ਇੱਥੇ ਕਲਯੁਗ ਦਾ ਅਰਥ ਹੈ ਇਹ ਸੰਸਾਰ, ਇਹ ਸਮਾਂ। ਜਿਸ ਸਮੇਂ ਦੇ ਅੰਦਰ ਤੁਸੀਂ ਦੁੱਖਾਂ 'ਚ ਪਏ ਹੋਏ ਹੋ, ਕਲਯੁਗ ਕੀ ਹੈ? ਕਲਯੁਗ ਦਾ ਜਦੋਂ ਤੁਸੀਂ ਝੂਠ ਵਿੱਚੋਂ, ਕ੍ਰੋਧ 'ਚ ਵਿਕਾਸ ਜੋ, ਤੁਸੀਂ ਕਲਯੁਗੀ ਹੋ। ਆਪਾਂ ਕਹਿੰਦੇ ਬੰਦਾ ਹੈ ਤੇ ਕਲਯੁਗ ਹੈ। ਕਲਯੁਗ ਕੀ ਹੈ? ਜਦੋਂ ਹੋਏ ਪ੍ਰਵਾਣਾ ਕਰੇ ਤਿਗਾਣਾ ਕਲ ਲੱਖਣ ਵਿਚਾਰ। ਕੋਈ ਬੰਦਾ ਨਜਾਇਜ਼ ਤਰੀਕੇ ਦੇ ਨਾਲ, ਡਾਂਗ ਸੋਟੇ ਦੇ ਨਾਲ, ਹੇਰਾ ਫੇਰੀ ਨਾਲ ਚੌਧਰੀ ਬਣ ਜੇ, ਦੁਨੀਆ ਕਰ ਲੈ ਜੀ ਹਾਂ ਸਾਡਾ ਚੌਧਰੀ, ਉਹਨੂੰ ਮੰਨ ਲੈ ਦੁਨੀਆ, ਪ੍ਰਵਾਨ ਕਰ ਲੈ, ਸਮਝੋ ਕਲਯੁਗ ਸ਼ੁਰੂ ਹੋ ਗਿਆ। ਕਲਯੁਗ ਕਦੋਂ ਹੈ? ਜਦੋਂ ਕਿਸੇ ਤੁਸੀਂ ਇਹੋ ਜਿਹੇ ਹੇਰਾ ਫੇਰੀ ਕਰਨ ਵਾਲੇ ਬੇਈਮਾਨ ਬੰਦੇ ਨੂੰ ਆਪਣਾ ਲੀਡਰ ਮੰਨ ਲਓ, ਜਿਹੜਾ ਬੇਈਮਾਨੀ ਨਾਲ ਬਣਿਆ ਉਹਦੇ ਵਿਰੁੱਧ ਬੋਲੋ ਹੀ ਨਾ, ਸਮਝੋ ਕਲਯੁਗ ਹੀ ਹੈ। ਕਲਯੁਗ ਕੀ ਹੈ? ਜਦੋਂ ਕਿਸੇ ਤੇ ਧੱਕਾ ਹੁੰਦਾ ਤੇ ਅਸੀਂ ਬੋਲਦੇ ਨਹੀਂ, ਸਮਝੋ ਕਲਯੁਗ ਹੈ। ਜਦੋਂ ਸਾਡੇ ਤੇ ਧੱਕਾ ਹੋ ਰਿਹਾ ਅਸੀਂ ਬੋਲਦੇ ਨਹੀਂ, ਸਮਝੋ ਕਲਯੁਗ ਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਜਿਹੜਾ ਸਮਾਂ, ਜਿਹੜਾ ਅਸੀਂ ਘੋਰ ਕਲਯੁਗ ਵਿੱਚ ਜਿਉ ਰਹੇ ਹਾਂ, ਸਾਡੇ ਆਲੇ ਦੁਆਲੇ ਹਨੇਰਾ ਹੈ। ਕਲ ਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਹਾ, ਕੂੜ ਮਾਵ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ।
कल काती। कलयुग का सुभाव है, काती का अर्थ हुंदा है कैंची वर्गा। राजे जो कसाई बन जाण ते अपने कलयुगी सुभाव के राही लोगों को लुटना कुटना शुरू कर दें, लोगों पर जोर जुल्म करना शुरू, ये कलयुग है। जदों धर्म खत्म हो जाए, धर्म का अर्थ कपड़े पाउणा नहीं है, जां धर्म मंदिर च बैठना नहीं, धर्म का अर्थ है दया मुक जाए, प्यार मुक जाए, हमदर्दी मुक जाए, सहनशीलता मुक जाए, मेल मिलाप मुक जाए, ये धर्म है। धर्म जदों खत्म हो जाए, उड़ जाए मनुखों के मनां चों दया उड़ जाए, उदों चार सवेरे हनेरा ही हनेरा हुंदा है, कोई रस्ता नहीं लभदा। ते अजिहे समय के अंदर चानण प्राप्त करने का तरीका की है, जिथे ये श्लोक गुरु साहिब जी का अंकित है ना वारां दे अंदर, कल काती राजे कसाई, धर्म पंकर उडरिया, कूड़ अमाव सच चंद्रमा दिसे नाही कह चढ़िया, हों भाल विकुन्नी होई, अंधेरे राह न कोई, कहो नानक के निवेद गत होई। ये गुरु नानक साहिब जी का पवित्र श्लोक है। उत्थे गुरु अमरदास जी ने एक श्लोक उचेचा अंकित किया कि ये चो निकलने का रस्ता पता कि कल कीरत चानन संसार, परमात्मा की कीर्ति करनी है, इस हनेरे विच चानन प्राप्त करने का रस्ता, परमात्मा की सिफत सलाह करनी। सतगुरु साहिब जी कहते ने कल युग में एक नाम उधार, यह जिहड़ा हनेरा अज्ञानता वाला अंधघोर का समय है ना साडी जिंदगी जिथे आपां जीउ रहे हां, ਇਹਦੇ ਚੋਂ ਉਧਾਰ ਦਾ ਅਰਥ ਹੈ ਕਿ ਪਾਰ ਨਿਕਲਣ ਦਾ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦਾ ਨਾਮ। ਸਤਿਗੁਰੂ ਜੀ ਨੇ ਕਿਹਾ ਸੀ ਇਹ ਵਾਹਿਗੁਰੂ ਜੀ ਦੇ ਨਾਮ ਨਾਲ ਜਿਹੜਾ ਜੁੜੇਗਾ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੂ, ਉਹਦਾ ਉਧਾਰ ਹੋ ਜਾਏਗਾ। ਨਾਨਕ ਬੋਲੇ ਬ੍ਰਹਮ ਵਿਚਾਰ। ਨਾਨਕ ਸਾਹਿਬ ਜੀ ਕਹਿੰਦੇ ਕਿ ਤੁਹਾਨੂੰ, ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਮੈਂ ਤੁਹਾਨੂੰ ਬ੍ਰਹਮ ਦੀ ਇਹ ਵਿਚਾਰ ਦੱਸ ਰਿਹਾ कि कलयुग विचों दुखां दे विचों अज्ञानता चों विकारां भरी जिंदगी चों निकलण दा इक्को एक रस्ता है परमात्मा दी सिफत सलाह, परमात्मा दी कीर्ति। जदों भी जिथे भी तुसीं दुखां च घिरे होवो, जां इवें कह लो आसे पासे समाजिक तौर ते जो जुल्म वरत रहा है, तो उदों इक्को एक तरीका है तुसीं परमात्मा दे प्यार जोड़ दो। जिस समय गुरु नानक साहिब जी प्रगट होए, आपां कहने कलयुग दा समा है, चार सपेरे अजिहा ही वातावरण सी, कल आई कुत्ते मुई खा जोहा मरदार गुसाई, राजे पाव कमाउं दे उल्टी वाड़ खेत को खाई। राजे वाड़ हुंदे ने प्रजा दी, राजे वाड़ हुंदे ने जिवें खेत दी, राजियां ने ते प्रजा दी रखिया करनी हुंदी है। हुण राजे जदों डराउण धमकाउण लग पैण, राजे जदों प्रजा दे नाल आडा ला बैण, समझो कि वाड़ खेत नूं खाण लग पई है, मां पुੱਤ नूं ਜ਼ਹਿਰ देण लग पई है। इत्थे बचाएगा कौन जो उल्टी वाड़ खेत को खाई। जदों अजिहा समा आ जाए, सतगुरु जी ने उदों कहा सी कि तुहाडे ये दुखां दा कारण यह है कि तुसीं अपना स्वैमान गवा चुके हो। स्वैमान कदों गवाचदा है? जदों मनुख ने जिंदगी च केवल पदार्थ नूं ही टेक बनाया हुंदा है, जिंदगी दे असली जीवन धर्म का पता नहीं है, मकसद का पता नहीं। उदों सतगुरु जी ने कहा सी जे जीवै पत लथी जाए, सब हराम जेता किश खाए। जे जीवंदियां समान सन्मान ही नहीं तो काहदी जिंदगी है? ਇਹੋ ਜਿਹੀ ਜ਼ਿੰਦਗੀ ਨੂੰ ਅਕਾਰਥ ਕਿਹਾ ਸਤਿਗੁਰੂ ਜੀ ਨੇ, ਲਾਂਤ ਕਿਹਾ ਇਹੋ ਜਿਹੀ ਜ਼ਿੰਦਗੀ ਨੂੰ। ਜ਼ਿੰਦਗੀ ਉਹ ਹੈ ਜਿਹੜਾ ਤੁਸੀਂ ਧਰਤੀ ਤੇ ਸਿਰ ਉੱਚਾ ਉਠਾ ਕੇ ਜੀਉ ਸਕੋ। ਜ਼ਿੰਦਗੀ ਉਹ ਹੈ ਜਿਸ ਵੱਲ ਦੇਖ ਕੇ ਲੋਕਾਂ ਦੇ ਅੰਦਰ ਵੀ ਜੀਉਣ ਦਾ ਚਾਅ ਪੈਦਾ ਹੋ ਜਾਏ। ਉਹ ਜ਼ਿੰਦਗੀ ਤੁਹਾਨੂੰ ਉਦੋਂ ਮਿਲੇਗੀ ਜਦੋਂ ਤੁਸੀਂ ਪਰਮਾਤਮਾ ਦੇ ਪਿਆਰ ਜੁੜੋਗੇ। ਪੱਥਰਾਂ ਨੂੰ ਮੱਥੇ ਟੇਕਿਆ ਨਹੀਂ, ਪਸ਼ੂਆਂ ਨੂੰ ਮੱਥੇ ਟੇਕਿਆ ਨਹੀਂ, ਬੰਦਿਆਂ ਨੂੰ ਮੱਥੇ ਟੇਕਿਆ ਨਹੀਂ, ਪਰਮਾਤਮਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ परमात्मा नाल जुड़ोगे तुहाडे अंदरों डर मिट जाणगे। पहली गल, परमात्मा नाल जुड़ोगे तुहाडे अंदरों मौत की चिंता मुक जाएगी। तुसीं समझ लोगे मारे राखे एको आ, मानुख है किछ नहीं याद। मनुख नहीं किसी नूं मार सकदा, मारन वाला परमात्मा है। दूजी गल, तुहाडे अंदरों रिजक की चिंता मुक जाएगी। तुहानूं पता लग जाएगा कि परमात्मा शैल पत्थर में जंतु पाए तांका रिजक आगे करता रहा। परमात्मा पत्थरां च भी रिजक दिंदा है, तैनूं रिजक क्यों नहीं देवेगा? जदों ये चिंतावां मुक्कियां तुहाडे अंदर स्वैमान आएगा, तुहाडे अंदर ज्ञान आएगा कि परमात्मा दे बच्चे हो तुसीं, ते परमात्मा दे बच्चे होण दे नाते तुहानूं माण महसूस होएगा कि आपां इस धरती दे मालक हां, इस धरती दे राजे हां। गुरबाणी एक वो जीवन जाच प्रदान करदी है कि हर बंदा धरती दा राजा बन के विचरे। हर बंदा, कोई बंदा गुलाम बन के ना रहे। हर तरह की गुलामी नूं कट्टण दी सोच दित्ती है गुरबाणी ने। हर तरह की गुलामी कोई एक तरह की नहीं हुंदी। सब तो खतरनाक है मानसिक गुलामी। मानसिक गुलामी, मानसिक गुलामी की आरंभता शुरू होंदी आर्थिक गुलामी तो।
ਆਰਥਿਕ ਤੌਰ ਤੇ ਪਹਿਲਾਂ ਗੁਲਾਮ ਬਣਾਇਆ ਜਾਂਦਾ ਹੈ ਲੋਕਾਂ ਨੂੰ, ਆਰਥਿਕ ਤੌਰ ਤੇ ਗਰੀਬ ਕਰ ਦਿਓ। ਉਦੋਂ ਬਾਅਦ ਲੋਕਾਂ 'ਚ ਨਾ ਫਿਰ ਇਹ ਪ੍ਰਚਾਰ ਹੋ, ਫਲਾਣੇ ਥਾਂ ਤੇ ਮੱਥਾ ਟੇਕੋ ਕਾਰੋਬਾਰ ਬੜਾ ਸੋਹਣਾ ਚੱਲਦਾ, ਫਲਾਣੀ ਕਬਰ ਤੇ ਜਾਓ ਕਾਰੋਬਾਰ ਬੜਾ ਸੋਹਣਾ ਚੱਲਦਾ, ਫਲਾਣੀ ਮੰਤਰ ਪੜ੍ਹੋ ਕਾਰੋਬਾਰ ਬੜਾ ਚੱਲੇਗਾ। ਬੰਦਾ ਕਾਰੋਬਾਰ ਦੀ ਖਾਤਰ ਉੱਧਰ ਜੁੜ ਗਿਆ। ਇਹ ਫਿਰ ਆਰਥਿਕ ਗੁਲਾਮੀ ਤੋਂ ਅੱਗੇ ਮਾਨਸਿਕ ਗੁਲਾਮੀ ਸ਼ੁਰੂ ਹੋ ਗਈ। ਬੰਦਾ ਮਾਨਸਿਕ ਤੌਰ ਤੇ ਇੰਨਾ ਹੀਣਾ ਹੋ ਜਾਂਦਾ, ਜਿੱਥੇ ਮਰਜ਼ੀ ਮੱਥੇ ਟੇਕੀ ਚਲਿਆ ਜਾਂਦਾ, ਉਹ ਆਪਣੇ ਸਵੈਮਾਨ ਨੂੰ ਗਵਾ ਬੈਠਦਾ। ਗੁਰਬਾਣੀ ਨੇ ਆਰਥਿਕ ਗੁਲਾਮੀ, ਗੁਰਬਾਣੀ ਨੇ ਮਾਨਸਿਕ ਗੁਲਾਮੀ, ਗੁਰਬਾਣੀ ਨੇ ਸੰਸਾਰਕ ਗੁਲਾਮੀ, ਹਰ ਤਰ੍ਹਾਂ ਦੀ ਗੁਲਾਮੀ ਨੂੰ ਕੱਟਣ ਦਾ ਸਾਨੂੰ ਰਸਤਾ ਦਰਸਾਇਆ ਹੈ। ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਵਿਚਾਰ ਨਾਲ ਪੜ੍ਹਨ ਦੀ, ਵਿਚਾਰਨ ਦੇ ਲਈ, ਜ਼ਿੰਦਗੀ ਵਿੱਚ ਜਿਉਣ ਦੇ ਲਈ। ਸਤਿਗੁਰੂ ਜੀ ਦੇ ਕਿੰਨੇ ਸੋਹਣੇ ਬਚਨ ਨੇ, ਜੀਵਤ 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 ਰਹੋ, ਸਦਾ ਜੀਉਂਦੇ ਰਹੋ ਤੁਸੀਂ। ਅਰਥ ਇਹ ਹੈ ਕਿ ਚਾਹ ਨਾਲ ਜੀਓ, ਸਿਰ ਉੱਚਾ ਉਠਾ ਕੇ ਜੀਓ, ਸਵੈਮਾਨ ਦੇ ਨਾਲ ਜੀਓ। ਜੇਕਰ ਤੁਸੀਂ ਜਿਉਣਾ ਇਹੋ ਜਿਹਾ ਜੀਵਨ, ਫਿਰ ਸਾਚ ਪਦਾਰਥ ਗੁਰਮੁਖ ਲਓ, ਰਾਮ ਰਸਾਇਣ ਨਿਤ ਉੱਠ ਪੀਓ, ਹਰ 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 ਨਿਤ ਰਸਨਾ ਕੋ, ਨਿਤ ਪਰਮਾਤਮਾ ਨੂੰ ਚੇਤੇ ਰੱਖਿਆ ਕਰੋ। ਜਦੋਂ ਤੁਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜੋਗੇ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨਕਾ ਪਾਓ ਸਭ ਗਵਾਸੀ। ਜਿਹੜੇ ਪਰਮਾਤਮਾ ਦੇ ਪਿਆਰ ਜੁੜਦੇ ਨੇ, ਉਹਨਾਂ ਦੇ ਸਾਰੇ ਡਰ ਕੱਟੇ ਜਾਂਦੇ ਨੇ। ਜਿਹੜੇ ਪਰਮਾਤਮਾ ਨੂੰ ਚੇਤੇ ਕਰਦੇ ਨੇ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਉਹ ਪਰਮਾਤਮਾ ਵਿੱਚ ਸਮਾ ਜਾਂਦੇ, ਉਹ ਪਰਮਾਤਮਾ ਵਰਗੇ ਬਣ ਜਾਂਦੇ। ਪਰਮਾਤਮਾ ਕਿਸੇ ਤੋਂ ਡਰਦਾ ਨਹੀਂ ਹੈ, ਪਰਮਾਤਮਾ ਕਿਸੇ ਦਾ ਗੁਲਾਮ ਨਹੀਂ ਹੈ। ਪਰਮਾਤਮਾ ਦਾ ਪਿਆਰਾ ਵੀ ਕਦੀ ਕਿਸੇ ਦਾ ਗੁਲਾਮ ਨਹੀਂ ਰਹਿੰਦਾ, ਔਰ ਉਹਨੂੰ ਗੁਲਾਮ ਬਣਾਉਣ ਦੇ ਲਈ ਜਿੰਨਾ ਮਰਜ਼ੀ ਕੋਈ ਯਤਨ ਕਰ ਲੇ, ਉਹਨੂੰ ਕੋਈ ਗੁਲਾਮ ਬਣਾ ਹੀ ਨਹੀਂ ਸਕਦਾ। ਜਿਹੜਾ ਮਾਨਸਿਕ ਤੌਰ ਤੇ ਆਜ਼ਾਦ ਹੋ ਗਿਆ ਨਾ, ਉਹਨੂੰ ਦੁਨਿਆਵੀ ਜੇਲਾਂ ਗੁਲਾਮ ਨਹੀਂ ਬਣਾ ਸਕਦੀਆਂ। ਇਹ ਤਾਂ ਉਹਦੇ ਲਈ ਕੁਝ ਵੀ ਨਹੀਂ ਹੈ। ਤੁਸੀਂ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਲਓ, ਹੈਰਾਨੀ ਦੇ ਨਾਲ ਦੇਖੋਗੇ ਗੰਭੀਰਤਾ ਨਾਲ ਜਾ ਕੇ ਕਿਹੜੇ ਗੁਰੂ ਸਾਹਿਬ ਦੀ ਵਿਰੋਧਤਾ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਜੇਲ੍ਹ 'ਚ ਟੱਕ ਦਿੱਤਾ ਗਿਆ, ਇੱਕ ਵਾਰ ਨਹੀਂ ਕਈ ਵਾਰੀ। ਸਤਿਗੁਰੂ ਜੀ ਨੂੰ ਵੱਟੇ ਮਾਰੇ ਗਏ, ਪੱਥਰ ਮਾਰੇ ਗਏ। ਗੁਰੂ ਅੰਗਦ ਦੇਵ ਜੀ ਉੱਪਰ ਹੁਮਾਯੂੰ ਤਲਵਾਰ ਲੈ ਕੇ ਆ ਗਿਆ। ਗੁਰੂ ਅਮਰਦਾਸ ਜੀ ਨੂੰ, ਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਦੇ ਨਗਰ 'ਚੋਂ ਹੀ ਕਢਾ ਦਿੱਤਾ ਗਿਆ। ਗੁਰੂ ਅਮਰਦਾਸ ਜੀ ਦੇ ਵਿਰੁੱਧ ਮੁਕੱਦਮਾ, ਸਾਰੇ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਿਓ, ਗੁਰੂ ਸਾਹਿਬ ਜੀ ਦੇ ਵਿਰੁੱਧ ਮੁਕੱਦਮਾ ਕਰ ਦਿੱਤਾ ਬੜਾ ਤਕੜਾ। ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਗੁਰੂ ਅਰਜਨ ਦੇਵ ਜੀ ਉੱਪਰ ਕਿਹੜੀ ਵਿਪਤਾ ਨਹੀਂ ਆਈ। ਕਦੀ ਸੋਲੀ, ਕਦੀ ਸੁਲੱਭੀ, ਕਦੀ ਬੀਰਬਲ ਆ ਗਿਆ, ਕਦੀ ਤਵੀ ਤੇ ਬਿਠਾਤਾ, ਦੇਗ 'ਚੋਂ ਬਾਲ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਤੇ ਕਿਹੜੀ ਵਿਪਤਾ ਨੇ, ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕਰ ਦਿੱਤਾ, ਕੈਦ ਕਰ ਦਿੱਤਾ ਗਿਆ। 4 ਵੇਰਾਂ ਬੜਾ ਮਾਰੂ ਹਮਲਾ ਕੀਤਾ, ਬਚਪਨ 'ਚ ਮਾਰੂ ਹਮਲੇ ਕੀਤੇ ਗਏ, ਬਚਪਨ 'ਚ ਮਾਰੂ ਹਮਲੇ ਕੀਤੇ ਗਏ। ਗੁਰੂ ਹਾਰੇ ਸਾਹਿਬ ਜੀ ਨੂੰ ਦਿੱਲੀ ਦੀ ਹਕੂਮਤ ਨੇ ਸੰਮਣ ਭੇਜ ਕੇ ਬੁਲਾ ਲਿਆ, ਆ ਜਾਓ ਸਾਡੇ ਕੋਲ। ਸਤਿਗੁਰੂ ਜੀ ਨਹੀਂ ਗਏ, ਇਹ ਗੱਲ ਵੱਖਰੀ, ਲੇਕਿਨ ਹਕੂਮਤ ਉਹਨਾਂ ਦੀ ਵਿਰੋਧੀ ਬਣ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬੁਲਾਇਆ ਗਿਆ, ਕਿਉਂਕਿ ਅਸੀਂ ਇਤਿਹਾਸ ਦੀ ਖੋਜ ਵਾਲੇ ਬੰਨੇ ਨਹੀਂ ਲੱਗੇ। ਡਾਕਟਰ ਪਿਆਰਾ ਸਿੰਘ ਪਦਮ ਕਹਿੰਦਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਚਚਨ ਚੇਤ ਜੋਤੀ ਜੋ ਸਮਾ ਗਏ। ਇਹ ਗੱਲ ਬੜੀ ਖੋਜ ਦੀ ਮੁਤਾਦ ਹੈ ਕਿ ਕੇਵਲ ਉਹ ਰੋਗ ਨਾਲ ਗਏ ਜਾਂ ਕੋਈ ਹੋਰ ਕਾਰਨ, ਕੋਈ ਪੋਲੀਟੀਕਲ ਕਾਰਨ ਇਹਦੇ ਪਿੱਛੇ। ਇਹ ਡਾਕਟਰ ਪਦਮ ਦੀ ਲਿਖਤ ਕਹਿੰਦੀ ਹੈ। ਇਹਨੂੰ ਜਾਣਨ ਦੀ ਲੋੜ, ਡੂੰਘਾਈ 'ਚ ਜਾਣ ਦੀ ਲੋੜ ਹੈ ਕਿ ਅਚਨਚੇਤ ਸਤਿਗੁਰੂ ਜੀ ਦੇ ਚਲੇ ਜਾਣ ਦਾ ਕਾਰਨ ਕੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿਸੇ ਨੂੰ ਭੁੱਲੀ ਹੋਈ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਰੁੱਧ ਕਿੰਨੀਆਂ ਜੰਗਾਂ ਇਹ ਭੁੱਲੀਆਂ ਨੇ, ਔਰ ਸਤਿਗੁਰੂ ਜੀ ਨੂੰ ਅਖੀਰ ਵੇਲੇ ਸ਼ਹੀਦ ਕੀਤਾ ਗਿਆ, ਖੰਜਰ ਮਾਰਿਆ ਗਿਆ ਸਤਿਗੁਰੂ ਜੀ ਦੇ। ਸਤਿਗੁਰੂ ਜੀ ਦੇ ਏਡਾ ਵੱਡਾ ਜ਼ਖਮ ਹੋ ਗਿਆ ਕਿ ਸਤਿਗੁਰੂ ਜੀ ਨੂੰ ਸਰੀਰ ਤਿਆਗਣਾ ਪਿਆ। ਸਰਬੱਤ ਗੁਰੂ ਸਾਹਿਬ ਜੀ ਦੀ ਇਸ ਕਰਕੇ ਵਿਰੋਧਤਾ ਹੋਈ ਕਿ ਉਹ ਲਿਫ ਜਾਣ, ਝੁਕ ਜਾਣ। ਕੀ ਸਤਿਗੁਰੂ ਜੀ ਝੁਕ ਗਏ? ਉਹ ਨਾ ਝੁਕੇ ਤੇ ਨਾ ਉਹਨਾਂ ਨੇ ਝੁਕਣ ਵਾਲੀ ਜੀਵਨ ਜਾਚ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਸਦਾ ਹੀ ਚਾਹ ਦੇ ਨਾਲ ਜੀਓ, ਸਵੈਮਾਨ ਨਾਲ ਜੀਓ, ਸਿਰ ਉੱਚਾ ਕਰਕੇ ਜੀਓ, ਪਰ ਇਹ ਤਾਂ ਜੀਓਗੇ ਜੇ ਰਾਮ ਰਸਾਇਣ ਨਿਤ ਉੱਠ ਪੀਓ। ਸਰੀਰਕ ਤੌਰ ਤੇ ਜਿਉਂਦੇ ਰਹਿਣ ਲਈ ਜਿਵੇਂ ਰੋਜ਼ ਭੋਜਨ ਖਾਂਦੇ ਹਾਂ, ਰੋਜ਼ ਅਸੀਂ ਵਧੀਆ ਖੁਰਾਕਾਂ ਖਾਂਦੇ ਹਾਂ, ਆਪਾਂ ਦੇਖਦੇ ਗਜ਼ਾਵਾਂ ਖਾਂਦੇ ਹਾਂ, ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਲਈ ਗੁਰਬਾਣੀ ਕਹਿੰਦੀ ਰੋਜ਼ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਿਆ ਕਰੋ। ਇਹ ਰਸਾਇਣ ਹੈ। ਰਸਾਇਣ ਉਹ ਹੁੰਦੀ ਜਿਹੜੀ ਰੋਗਾਂ ਤੋਂ ਰਹਿਤ ਜ਼ਿੰਦਗੀ ਬਤੀਤ ਕਰੇ। ਰਸਾਇਣ ਦਾ ਅਰਥ ਹੈ ਰਸਾਂ ਦਾ ਘਰ। ਵਾਹਿਗੁਰੂ ਜੀ ਦਾ ਨਾਮ ਰਸਾਂ ਦਾ ਘਰ ਹੈ। ਰਾਮ ਰਸਾਇਣ ਨਿਤ ਉੱਠ ਪੀਓ। ਸਤਿਗੁਰੂ ਜੀ ਮਿਹਰ ਕਰਨ। ਗੁਰ ਸਤਿਗੁਰ ਕਾ ਸਿੱਖ ਤਾਂ ਰੋਜ਼ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਦੇ ਲਈ ਸਤਿਗੁਰੂ ਜੀ ਨੇ ਹਦਾਇਤ ਵੀ ਕੀਤੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ ਜੀਓ। ਘਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।